ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਾਂ ਤੀਜੇ ਪ੍ਰਚਾਰਕ ਦੌਰੇ ਦਾ ਜ਼ਿਕਰ ਕਰਦੇ ਆ ਰਹੇ ਹਾਂ। ਗੁਰਦੇਵ ਸੱਚੇ ਪਾਤਸ਼ਾਹ ਨੇ ਹਰ ਇੱਕ ਧਾਰਮਿਕ ਸਥਾਨ ਅਤੇ ਧਾਰਮਿਕ ਪੈਗੰਬਰਾਂ ਦਾ ਬੜਾ ਸਨਮਾਨ ਕੀਤਾ ਹੈ। ਇਹ ਗੱਲ ਵੱਖਰੀ ਹੈ, ਵਕਤ ਨਾਲ ਮਨੁੱਖੀ ਜੀਵਨ ਵਿੱਚ ਆਈਆਂ ਕਮਜ਼ੋਰੀਆਂ ਨੂੰ ਉਹਨਾਂ ਤੋਂ ਜਾਣੂ ਕਰਵਾ ਕੇ ਮੁੜ ਉਹਨਾਂ ਦੇ ਮੁਰਸ਼ਦ ਦੇ ਦੱਸੇ ਰਾਹ 'ਤੇ ਤੁਰਨ ਦੀ ਤਾਕੀਦ ਕੀਤੀ ਹੈ ਸਤਿਗੁਰੂ ਜੀ ਨੇ। ਇਹ ਗੁਰਦੇਵ ਦਾ ਬੜਾ ਵੱਡਾ ਮਹਾਨ ਪਰਉਪਕਾਰ ਹੈ। ਸ਼ਾਇਦ ਇਸੇ ਲਈ ਭਾਈ ਗੁਰਦਾਸ ਜੀ ਦਾ ਇੱਕ ਬੋਲ ਆਪਾਂ ਚੇਤੇ ਕਰਕੇ ਗੱਲ ਅੱਗੇ ਤੋਰੀਏ। ਜਾਹਰ ਪੀਰ ਜਗਤ ਗੁਰ ਬਾਬਾ, ਕਹਿੰਦੇ ਤਾਂ ਜਗਤ ਦਾ ਬਾਬਾ ਹੈ। ਇਹ ਕਿਸੇ ਇੱਕ ਮਨੁੱਖ ਲਈ ਨਹੀਂ ਬਲਕਿ ਸਮੁੱਚੇ ਸੰਸਾਰ ਲਈ ਮਿੱਠੀਆਂ ਪਿਆਰੀਆਂ ਅਸੀਸਾਂ ਦੇ ਨਾਲ, ਮਿੱਠ ਬੋਲੜੇ ਜੇ ਸੁਭਾਅ ਦੇ ਨਾਲ ਸੰਸਾਰ ਨੂੰ ਨਿਰੰਕਾਰ ਨਾਲ ਇੱਕ ਗੂੜਾ ਪ੍ਰੀਤ ਦਾ ਰਿਸ਼ਤਾ ਗੰਢਣ ਵਾਸਤੇ ਸਤਿਗੁਰੂ ਇਹ ਕਿਰਪਾ ਕਰ ਰਹੇ ਨੇ। ਆਪਾਂ ਜ਼ਿਕਰ ਕੀਤਾ ਸੀ ਵੀ ਮੱਕੇ ਦੀ ਧਰਤੀ 'ਤੇ ਹਜ਼ੂਰ ਸੱਚੇ ਪਾਤਸ਼ਾਹ ਪਵਿੱਤਰ ਕਾਬੇ ਦੇ ਅਸਥਾਨ 'ਤੇ ਗਏ ਨੇ। ਉੱਥੇ ਮੇਰੇ ਮਾਲਕ ਨੇ ਕੁਝ ਇੱਕ ਅਗੰਮੀ ਉਪਦੇਸ਼ ਬਖਸ਼ਿਸ਼ ਕੀਤੇ ਸਨ। ਹਜ਼ੂਰ ਨੇ ਕਿਹਾ ਸੀ, ਉਹਨਾਂ ਦਾ ਇੱਕ ਸਵਾਲ ਸੀ ਜਿਹੜਾ ਬਹੁਤ ਗੰਭੀਰ ਸੀ। ਉਹਨਾਂ ਲਈ ਇੱਕ ਬੜਾ ਵੱਡਾ ਮਸਲਾ ਸੀ। ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹੁਣ ਸਤਿਗੁਰੂ ਜੀ ਨੇ ਉੱਥੇ ਕੁਝ ਗੱਲਾਂ ਜਿਹੜੀਆਂ ਭਰਮਾਂ ਦੀ ਧੁੰਦ ਬਣ ਗਈ ਸੀ, ਸਤਿਗੁਰੂ ਜੀ ਨੇ ਉਹਨੂੰ ਦੂਰ ਕੀਤਾ। ਨੰਬਰ 1, ਹਜ਼ੂਰ ਨੇ ਕਿਰਪਾ ਕੀਤੀ, ਆਪਣੀ ਬਾਣੀ ਆਪਣੀ ਪੋਥੀ ਰੱਬੀ ਵਿਚਾਰਧਾਰਾ ਦੇ ਅਨੁਸਾਰ ਉਹਨਾਂ ਨੂੰ ਇੱਕ ਗੱਲ ਤੋਂ ਜਾਣੂ ਕਰਵਾਇਆ। ਨੰਬਰ 1, ਸਭ ਤੋਂ ਪਹਿਲੀ ਗੱਲ ਇਹ ਸਮਝਾਈ, ਜਦੋਂ ਹਜ਼ਰਤ ਮੁਹੰਮਦ ਸਾਹਿਬ ਜੀ ਨੇ ਮਦੀਨੇ ਦੀ ਧਰਤੀ ਤੋਂ 630 ਸਨ ਵਿੱਚ ਆ ਕੇ ਇਸ ਕਾਬੇ ਦੇ ਵਿੱਚੋਂ ਬੁੱਤਾਂ ਨੂੰ ਬਾਹਰ ਕੱਢਿਆ ਸੀ, ਅਤੇ ਉਦੋਂ ਇੱਕ ਬੋਲ ਕਿਹਾ ਸੀ ਬੜਾ ਪਿਆਰਾ, ਉਦੋਂ ਇੱਕ ਬਚਨ ਕਿਹਾ ਸੀ ਬੜਾ ਪਿਆਰਾ। ਉਹਨਾਂ ਬਚਨ ਆਖੇ ਸਨ ਭਈ ਇਹ ਅੱਜ ਤੋਂ ਬਾਅਦ ਬੁੱਤਖਾਨਾ ਨਹੀਂ ਬਲਕਿ ਰੱਬੀ ਇਬਾਦਤ ਕਰਨ ਦਾ ਘਰ ਬਣ ਗਿਆ। ਇਹ ਤੇ ਖੁਦਾ ਦੀ ਇਬਾਦਤ ਦਾ ਘਰ ਬਣ ਗਿਆ। ਹੁਣ ਇੱਥੇ ਕਿਸੇ ਦੇਵਤੇ ਦੀ, ਇੱਥੇ ਕਿਸੇ ਬੁੱਤ ਦੀ ਪੂਜਾ ਨਹੀਂ ਹੋਵੇਗੀ, ਇੱਥੇ ਖੁਦਾ ਦੀ ਇਬਾਦਤ ਹੋਵੇਗੀ। ਇਹ ਖੁਦਾ ਦੀ ਇਬਾਦਤ ਦਾ ਘਰ ਬਣ ਗਿਆ। ਸਮਾਂ ਪਾ ਕੇ ਉਹ ਵਿਚਲੇ ਬੋਲ ਤਾਂ ਗੁਆਚ ਗਏ ਅਤੇ ਸਿਰਫ ਇੰਨਾ ਗੱਲ ਰਹਿ ਗਈ ਬਾਕੀ ਭਈ ਇਹ ਖੁਦਾ ਦਾ ਘਰ ਬਣ ਗਿਆ। ਇਸ ਗੱਲ ਨੂੰ ਲੈ ਕੇ ਇੱਕ ਭਰਮ ਭੁਲੇਖਾ ਪੈ ਗਿਆ ਸੀ। ਸਤਿਗੁਰੂ ਜੀ ਨੇ ਕੱਢਿਆ ਵੀ ਇਹ ਖੁਦਾ ਦੀ ਇਬਾਦਤ ਦਾ ਘਰ ਹੈ। ਤਾਂ ਉਸ ਲਈ ਕੁਦਰਤੀ ਗੱਲ ਹੈ, ਉਹਨਾਂ ਦੇ ਮਨਾਂ ਵਿੱਚ ਵੀ ਇਹ ਗੱਲ ਪਿਆਰੀ ਲੱਗੀ। ਉਹਨਾਂ ਦੇ ਆਪਣੇ ਮੁਰਸ਼ਦ ਦੇ ਬੋਲ ਸਨ ਹਜ਼ਰਤ ਮੁਹੰਮਦ ਸਾਹਿਬ ਜੀ ਦੇ। ਦੂਜੀ ਗੱਲ ਨਾਲ ਇਹ ਵੀ ਗੱਲ ਉਹਨਾਂ ਨੇ ਸਪਸ਼ਟ ਕੀਤੀ ਵੀ ਜਦੋਂ ਕੋਈ ਧਾਰਮਿਕ ਸਥਾਨ 'ਤੇ ਆਉਂਦਾ ਹੈ ਨਾ, ਉਦੋਂ ਤੁਹਾਨੂੰ ਵਿਹਾਰ ਕਿਹੋ ਜਿਹਾ ਕਰਨਾ ਚਾਹੀਦਾ ਹੈ। ਧਾਰਮਿਕ ਅਸਥਾਨਾਂ 'ਤੇ ਵੀ ਧੱਕੇ ਵੱਜਣ, ਅਤੇ ਸੋਚ ਕੇ ਦੇਖੋ ਵੀ ਧਾਰਮਿਕ ਅਸਥਾਨਾਂ 'ਤੇ ਵੀ ਕੋਈ ਲੱਤਾਂ ਮਾਰੇ, ਇਹ ਤਾਂ ਬਾਹਰ ਕਲਪੇ ਹੋਏ ਲੋਕਾਂ ਦੀ ਗੱਲ ਹੈ। ਧਾਰਮਿਕ ਦੁਨੀਆ ਵਿੱਚ ਆਇਆ ਬੰਦਾ ਖਿਮਾ, ਧੀਰਜ, ਸ਼ਾਂਤੀ, ਇਕਾਗਰਤਾ, ਚੰਗੇ ਵਰਤ ਵਿਹਾਰ, ਰੱਬੀ ਪ੍ਰੇਮ ਵਿੱਚ ਜੁੜਿਆ, ਖੁਦਾ ਨੂੰ ਦਿਲੋਂ ਮੁਹੱਬਤ ਕਰਨ ਵਾਲਾ ਹੁੰਦਾ। ਉੱਤੇ ਉਹਦਾ ਜੀਵਨ ਤਾਂ ਇਹੋ ਜਿਹਾ ਹੋਣਾ ਚਾਹੀਦਾ। ਤਾਂ ਦੂਜੀ ਗੱਲ ਇਹ ਹੋਣੀ ਚਾਹੀਦੀ ਹੈ ਵੀ ਧਾਰਮਿਕ ਸਥਾਨਾਂ 'ਤੇ ਆਏ ਹੋਏ ਲੋਕਾਂ ਨਾਲ ਵਿਹਾਰ ਕਿਹੋ ਜਿਹਾ ਕੀਤਾ ਜਾਵੇ। ਇਹ ਵੀ ਸਤਿਗੁਰੂ ਜੀ ਨੇ ਉਹਨਾਂ ਨੂੰ ਇੱਕ ਭਰਮ ਭੁਲੇਖੇ ਵਿੱਚੋਂ ਕੱਢਿਆ। ਜਿਹੜੀ ਅਗਲੀ ਗੱਲ ਸੀ ਉਹ ਵੀ ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਕੁਰਾਨ ਮਜੀਦ ਦੇ ਵਿੱਚ ਖੁਦ ਉਹਨਾਂ ਸਤਿਗੁਰੂ ਜੀ ਨੇ ਆਇਤ ਪੜ੍ਹ ਕੇ ਸਮਝਾਈ। ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ, ਉਹ ਸਾਨੂੰ ਆਇਤ ਇਤਿਹਾਸ ਦੇ ਪੰਨਿਆਂ ਤੋਂ ਨਹੀਂ ਲੱਭਦੀ, ਕੋਸ਼ਿਸ਼ ਕਰਾਂਗੇ ਕਦੇ। ਪਰ ਗੁਰਦੇਵ ਨੇ ਉਹਨਾਂ ਦੀ ਕੁਰਾਨ ਮਜੀਦ ਵਿੱਚੋਂ ਆਇਤ ਪੜ੍ਹ ਕੇ ਸੁਣਾਈ, ਜਿਹੜੀ ਆਇਤ ਇਹ ਗੱਲ ਦੱਸਦੀ ਹੈ ਵੀ ਪਰਮੇਸ਼ਰ ਦਾ, ਖੁਦਾ ਦਾ
कोई एक घर निश्चित नहीं हो सकता, ਉਹਦਾ ਤੇ ਆਕਾਰ ਹੀ ਕੋਈ ਨਹੀਂ। ਉਹ ਸਮੁੱਚੇ ਬ੍ਰਹਿਮੰਡ ਵਿੱਚ ਸਾਰੀਆਂ ਥਾਵਾਂ ਤੇ ਵਸਦਾ ਹੈ, ਕੁੱਲ ਆਲਮੀਨ ਹੈ, ਉਹ ਸਾਰੀਆਂ ਥਾਵਾਂ ਤੇ ਵਸਦਾ ਹੈ। ਇੱਕ ਭੁਲੇਖਾ ਹੋਰ ਦੂਰ ਕੀਤਾ ਸੀ। ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਨੂੰ ਸਮਝਾਇਆ। ਕਹਿਣ ਲੱਗੇ ਤੁਸੀਂ ਇਹ ਕੋਈ ਜ਼ਰੂਰੀ ਨਹੀਂ ਵੀ ਆਪਣਾ ਧਾਰਮਿਕ ਅਕੀਦਾ ਛੱਡ ਕੇ ਕਿਸੇ ਹੋਰ ਦੇ ਵੱਲ ਪ੍ਰਭਾਵਿਤ ਹੋਵੋ। ਨਹੀਂ, ਮੈਂ ਤੁਹਾਨੂੰ ਸਿੱਖ ਬਣਾਉਣ ਨਹੀਂ ਆਇਆ, ਨਾ ਹੀ ਮੈਂ ਕਿਸੇ ਤਰ੍ਹਾਂ ਆਪਣੇ ਬੋਲਾਂ ਦੀ ਕੋਈ ਗੱਲ ਕਰਨਾ ਹੈ। ਮੈਂ ਤਾਂ ਤੁਹਾਡੇ ਮੁਰਸ਼ਦ ਦੇ ਬੋਲ ਹੀ ਤੁਹਾਨੂੰ ਸੁਣਾ ਕੇ ਉਹਨਾਂ ਦੇ ਦੱਸੇ ਰਾਹ 'ਤੇ ਤੁਰਨ ਵਾਸਤੇ ਆਇਆ। ਔਰ ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਇਸਲਾਮ ਦਾ ਅਰਥ ਹੀ ਇਹ ਹੈ ਰੱਬ ਦੀ ਰਜ਼ਾ। ਮੁਸਲਿਮ ਸ਼ਬਦ ਦਾ ਅਰਥ ਹੈ ਰੱਬ ਦੀ ਰਜ਼ਾ ਵਿੱਚ ਚੱਲਣ ਵਾਲਾ, ਤੇ ਤੁਹਾਨੂੰ ਤਾਂ ਰੱਬ ਦੀ ਰਜ਼ਾ ਵਿੱਚ ਤੁਰਨਾ ਚਾਹੀਦਾ। ਸਤਿਗੁਰੂ ਨੇ ਹੁਣ ਗੱਲ ਕਹੀ, ਕਹਿਣ ਲੱਗੇ ਜੇ ਮੈਨੂੰ ਪੁੱਛਦੇ ਹੋ ਨਾ ਵੀ ਇੱਕ ਚੰਗਾ ਸ਼ੁਭ ਅਮਲਾਂ ਵਾਲਾ ਮੁਸਲਮਾਨ ਕਿਹੋ ਜਿਹਾ ਹੁੰਦਾ ਹੈ, ਸਭ ਕਹਿੰਦੇ ਮੈਂ ਤੁਹਾਨੂੰ ਉਹ ਦੱਸਦਾ ਅੱਜ ਇੱਕ ਮੁਸਲਮਾਨ ਕਿਹੋ ਜਿਹਾ ਹੁੰਦਾ ਹੈ। ਇਕੱਲਾ ਧਾਰਮਿਕ ਲਿਬਾਸ ਪਾ ਲੈਣਾ, ਧਾਰਮਿਕ ਸਥਾਨਾਂ 'ਤੇ ਆ ਜਾਣਾ, ਕੁਝ ਦਸੀਆਂ ਰਸਮਾਂ ਨੂੰ ਨਿਭਾ ਲੈਣਾ, ਇਹਦੇ ਨਾਲ ਮੁਸਲਮਾਨ ਨਹੀਂ ਬਣਦਾ। ਮੁਸਲਮਾਨ ਕਹਾਵਣ ਮੁਸ਼ਕਿਲ, ਜੇ ਹੋਏ ਤਾਂ ਮੁਸਲਮਾਨ ਕਹਾਵੇ। ਕਹਿੰਦੇ ਮੁਸਲਮਾਨ ਕਹਾਉਣਾ ਕੋਈ ਸੌਖਾ ਨਹੀਂ ਹੈਗਾ, ਬੜਾ ਔਖਾ, ਬੜੀ ਬਿਕਮ ਕਰਨਾ ਹੈ, ਬਹੁਤ ਬਿਕਮ ਕਰਨਾ ਹੈ ਇੱਕ ਚੰਗਾ ਮੁਸਲਮਾਨ ਬਣਨਾ, ਅਤੇ ਉਹਦੇ ਲਈ ਸਾਨੂੰ ਕੁਝ ਮੁਸ਼ੱਕਤ ਕਰਨੀ ਪੈਂਦੀ ਹੈ। ਕਹਿਣ ਲੱਗੇ ਮੈਂ ਤੁਹਾਨੂੰ ਉਹ ਦੱਸਦਾ। ਸਭ ਤੋਂ ਪਹਿਲੀ ਗੱਲ, ਅਵਲ ਔਲ ਦੀਨ ਕਰ ਮਿੱਠਾ। ਸਭ ਤੋਂ ਪਹਿਲੀ ਉਹਦੀ ਗੱਲ ਨਿਸ਼ਾਨੀ ਇਹ ਹੈ ਵੀ ਉਹਨੂੰ ਆਪਣਾ ਦੀਨ, ਉਹਨੂੰ ਆਪਣਾ ਧਰਮ, ਉਹਨੂੰ ਆਪਣੇ ਮੁਰਸ਼ਦ ਦਾ ਦਿੱਤਾ ਹੋਇਆ ਉਹ ਨੇਮ ਕਰਮ ਪਿਆਰਾ ਲੱਗੇ। ਦੀਨ ਕਰ ਮਿੱਠਾ ਭਾਵ ਉਹਨੂੰ ਆਪਣਾ ਧਰਮ, ਆਪਣਾ ਮਜ਼ਹਬ ਮਿੱਠਾ ਲੱਗੇ, ਉਹਨੂੰ ਪਿਆਰ ਹੋਵੇ ਉਹਦੇ ਨਾਲ। ਮਸਕਲ ਮਾਨਾ ਮਾਲ ਮੁਸਾਵੈ। ਦੂਜੀ ਗੱਲ, ਉਹ ਮੁਰਸ਼ਦ ਦੇ ਬੋਲਾਂ ਦੇ ਨਾਲ ਆਪਣੇ ਮਨ 'ਤੇ ਲੱਗੀ ਮੈਲ ਨੂੰ ਉਤਾਰੇ। ਮਾਲ ਮੁਸਾਵੈ ਦਾ ਅਰਥ ਹੈ ਜੋ ਉਹ ਨੇਕ ਕਮਾਈ ਕਰਦਾ ਉਹਦੇ ਵਿੱਚੋਂ ਦੂਜਿਆਂ ਨਾਲ ਵੀ ਵੰਡ ਕੇ ਖਾਣ ਦੀ ਤਮਨ ਰੱਖਦਾ ਹੋਵੇ। ਇਵੇਂ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਆਪਾਂ ਮੰਨਦੇ ਹਾਂ ਵੀ ਦਸਵੰਧ ਹੈ, ਅਤੇ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਜਗਾਤ ਹੈ। ਯਾਦ ਰੱਖਿਓ ਜੀ, ਦੂਜਿਆਂ ਨੂੰ ਹਮਦਰਦੀ ਨਾਲ ਵੰਡ ਕੇ ਇੱਕ ਦੂਜੇ ਨਾਲ ਸ਼ੇਅਰ ਕਰਨਾ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਉਹ ਆਪਣੇ ਵੱਲੋਂ ਆਪਣੀ ਕਮਾਈ ਕਿਸੇ ਲੋੜਵੰਦਾਂ ਨਾਲ ਵੰਡ ਕੇ ਵੀ ਖਾਵੇ। ਮੈਂ ਬਲਿਹਾਰੇ ਐਸੀਆਂ ਗੱਲਾਂ ਤੋਂ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰਨੀ ਹੈ ਜਿਹੜੇ ਇੱਕ ਦੂਜੇ ਦੇ ਦੁੱਖ ਸੁੱਖਾਂ ਦੇ ਵੀ ਸਾਥੀ ਹੋਣ। ਇਹ ਅਸਲ ਵਿੱਚ ਧਰਮ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕੋਈ ਮੁਸਲਮ ਦੀਨ ਮੁਹਾਨ ਹੈ। ਕਹਿੰਦੇ ਅਸਲ ਵਿੱਚ ਉਹ ਮਨੁੱਖ ਧਰਮੀ ਹੋ ਸਕਦਾ ਹੈ, ਉਹ ਮੁਸਲਮ ਹੋ ਸਕਦਾ ਹੈ ਜਿਹੜਾ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਧਾਰਨ ਕਰੇ, ਇਸ ਗੱਲ ਨੂੰ ਜੀਵਨ ਵਿੱਚ ਧਾਰਨ ਕਰੇ। ਮਰਨ ਜੀਵਨ ਕਾ ਭਰਮ ਚੁਕਾਵੇ। ਕਹਿੰਦੇ ਜਦੋਂ ਤੱਕ ਜੀਵਨ ਹੈ ਮਰਨ ਤੱਕ ਇਹ ਵਿੱਚੋਂ ਭਰਮ ਕੱਢ ਹੀ ਦੇਵੇ। ਸਮੁੱਚੇ ਜੀਵਨ ਵਿੱਚ ਇਹਨਾਂ ਦਿੱਤੀਆਂ ਹੋਈਆਂ ਮੁਰਸ਼ਿਦ ਦੀਆਂ ਹਦਾਇਤਾਂ ਨੂੰ ਉਹ ਦੀਨ ਕਮਾਵੇ, ਉਹ ਇਸ ਧਰਮ ਨੂੰ ਕਮਾਵੇ, ਸ਼ੁਭ ਅਮਲਾਂ ਨੂੰ ਕਮਾਵੇ। ਕਹਿੰਦੇ ਉਹ ਇਸ ਭਰਮ ਨੂੰ ਕੱਢ ਦੇਵੇ ਵੀ ਮੈਂ ਕੁਝ ਦਿਨਾਂ ਲਈ ਹੱਜ ਕਰਨਾ ਜਾਂ ਕੁਝ ਦਿਨਾਂ ਲਈ ਇਸ ਤਰ੍ਹਾਂ ਦਾ ਮੁਸਲਮਾਨ ਬਣਨਾ। ਨਹੀਂ, ਉਹਦੇ ਮਨ ਵਿੱਚ ਇਹ ਵਿਚਾਰ ਹੋਵੇ ਉਹ ਸਦੀਵ ਕਾਲ ਇਵੇਂ ਦਾ ਮੁਸਲਮਾਨ ਬਣ ਕੇ ਮੈਂ ਦੁਨੀਆ 'ਚ ਵਿਚਰਨਾ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਜੋ ਉਹ ਦੁੱਖ ਦੇਵੇ, ਜੇ ਉਹ ਸੁੱਖ ਦੇਵੇ, ਜੇ ਉਹ ਅਮੀਰੀ 'ਚ ਰੱਖੇ, ਜੇ ਉਹ ਗਰੀਬੀ 'ਚ ਰੱਖੇ। ਕਹਿਣ ਲੱਗੇ ਉਹਦੀ ਦਿੱਤੀ ਹੋਈ ਦਾਤ ਨੂੰ, ਰੱਬ ਦੀ ਰਜ਼ਾ ਨੂੰ ਆਪਣੇ ਸਿਰ ਮੱਥੇ 'ਤੇ ਮੰਨੇ, ਉਹਨੂੰ ਕਬੂਲ ਕਰੇ, ਕਿਸੇ ਨੂੰ ਦੋਸ਼ ਨਾ ਦੇਵੇ, ਆਪਣੇ ਕਰਮਾਂ ਨੂੰ ਸੁਧਾਰੇ। ਕਰਤਾ ਮੰਨੇ ਆਪ ਗਵਾਵੇ। ਕਹਿੰਦੇ ਇੱਕ ਰੱਬ ਨੂੰ ਕਰਤਾ ਮੰਨੇ ਸਾਰੀ ਦੁਨੀਆ ਵਿੱਚ, ਵੀ ਸਭ ਕੁਝ ਉਹਦੇ ਚਲਾਇਆ ਚੱਲਦਾ ਹੈ, ਮੈਂ ਉਹਦੀ ਰਜ਼ਾ ਵਿੱਚ ਚੱਲਣਾ ਹੈ। ਆਪ ਗਵਾਵੇ ਦਾ ਭਾਵ ਹੈ ਵੀ ਆਪਣੇ ਹੰਕਾਰ ਨੂੰ ਖਤਮ ਕਰੇ, ਆਪਣਾ ਆਪਾ ਨਾ ਜਣਾਵੇ। ਜਿੱਥੇ ਦੋ ਚੀਜ਼ਾਂ ਦੇਖੋ ਕੁਦਰਤੀ ਗੱਲ ਹੁੰਦੀ ਹੈ, ਇੱਕ ਖੁਦੀ ਅਤੇ ਦੂਜਾ ਖੁਦਾ। ਜਿੰਨਾ ਚਿਰ ਖੁਦੀ ਹੈ ਉਹਨਾਂ ਚਿਰ ਖੁਦਾ ਨਾਲ ਮਿਲਾਪ ਨਹੀਂ ਜੀ ਹੋ ਸਕਣਾ। ਇਹ ਸੁਭਾਵਿਕ ਜੀ ਗੱਲ ਹੈ। ਜਿਨ੍ਹਾਂ ਨੇ ਖੁਦਾ ਨਾਲ ਮਿਲਾਪ ਕਰਨਾ ਹੈ ਨਾ, ਉਹਨਾਂ ਨੂੰ ਖੁਦੀ ਤਿਆਗਣੀ ਪੈਂਦੀ ਹੈ ਪਿਆਰਿਓ। ਇਹ ਤਿਆਗ, ਖੁਦੀ ਦਾ ਤਿਆਗ ਹੀ ਤਾਂ ਖੁਦਾ ਦੇ ਨੇੜੇ ਕਰਦਾ ਹੈ।
ਤਾਂ ਹੀ ਤਾਂ ਖੁਦਾ ਦੇ ਨੇੜੇ ਹੋ ਸਕਦਾ ਮਨੁੱਖ। ਸਤਿਗੁਰੂ ਜੀ ਨੇ ਕੈਸੇ ਸ਼ੁਭ ਅਮਲ ਉਹਨਾਂ ਨੂੰ ਬਖਸ਼ਿਸ਼ ਕੀਤੇ। ਤੋ ਨਾਨਕ ਸਰਬ ਜੀਆਂ ਮਹਿਰਾਮਤ ਹੋਏ ਤਾਂ ਮੁਸਲਮਾਨ ਕਹਾਵੇ। ਕਹਿੰਦੇ ਫਿਰ ਉਹ ਸਾਰੇ ਜੀਵਾਂ ਨਾਲ ਮਹਿਰਾਮਤ ਭਾਵ ਚੰਗਾ ਵਰਤਾਵ ਕਰੇ। ਇਹ ਨਾ ਆਏ ਹੋਏ ਲੋਕਾਂ ਦੇ ਲੱਤਾਂ ਮਾਰੇ। ਸਾਰੇ ਜੀਵਾਂ ਨਾਲ ਚੰਗਾ ਵਰਤਾਵ ਕਰੇ, ਸਾਰਿਆਂ 'ਤੇ ਮਹਿਰਾਮਤ ਭਾਵ ਪਿਆਰ ਭਰੀ ਨਜ਼ਰ ਦੇ ਨਾਲ ਤੱਕੇ, ਸਾਰਿਆਂ ਨਾਲ ਪਿਆਰ ਦੀਆਂ ਗਲਵੱਕੜੀਆਂ ਪਾਵੇ। ਹੋਏ ਤਾਂ ਮੁਸਲਮਾਨ ਕਹਾਵੇ। ਕਹਿੰਦੇ ਇਸ ਤਰ੍ਹਾਂ ਦੇ ਸ਼ੁਭ ਅਮਲ ਕਮਾਉਣ ਵਾਲਾ ਮਨੁੱਖ ਹੀ ਅਸਲ ਵਿੱਚ ਮੁਸਲਮਾਨ ਹੋ ਸਕਦਾ ਹੈ। ਕੁਝ ਕਰਮ ਕਾਂਡ ਕਰਕੇ ਮੁਸਲਮਾਨ ਨਹੀਂ ਬਣਿਆ ਜਾ ਸਕਦਾ। ਆਪਣੀ ਬਿਰਤੀ ਦੇ ਵਿੱਚ ਇਹੋ ਜਿਹਾ ਸੁਧਾਰ ਕਰੇ। ਸੱਚ ਕਰਕੇ ਜਾਣਿਓ, ਜਦੋਂ ਤੁਸੀਂ ਕਿਸੇ ਨੂੰ ਕਿਸੇ ਦੇ ਧਰਮ ਦੇ ਉਹਦੇ ਮੁਰਸ਼ਦ ਦੇ ਬੋਲਾਂ ਤੋਂ ਜਾਣੂ ਕਰਵਾ ਦਈਏ ਨਾ, ਤੇ ਫਿਰ ਅੱਧੀ ਤਾਕਤ ਤਾਂ ਵੈਸੇ ਹੀ ਖਤਮ ਹੋ ਜਾਂਦੀ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਲ ਉਹ ਲੋਕ ਚੰਗਾ ਵਿਹਾਰ ਕਰਨ ਲੱਗ ਪਏ। ਪਤਾ ਲੱਗਿਆ ਭਈ ਇਹ ਇਸਲਾਮ ਤੋਂ ਵਿਰੁੱਧ ਗੱਲ ਕਰਨ ਵਾਲਾ ਨਹੀਂ। ਪਹਿਲਾਂ ਉਹਨਾਂ ਨੂੰ ਲੱਗਿਆ ਸੀ ਉਹ ਜਿਹੜਾ ਵਰਤ ਵਿਹਾਰ ਗੁਰੂ ਨਾਨਕ ਸਾਹਿਬ ਜੀ ਦਾ ਦੇਖ ਕੇ ਉਹਨਾਂ ਨੂੰ ਲੱਗਿਆ ਸੀ ਵੀ ਸ਼ਾਇਦ ਕੋਈ ਇਹੋ ਜਿਹਾ ਕਾਫਰ ਹੈ, ਇਹ ਕੋਈ ਕੁਫਾਰੀ ਹੈ। ਉਹਨਾਂ ਨੇ ਫਿਰ ਜਦੋਂ ਸਤਿਗੁਰਾਂ ਦੇ ਬੋਲ ਸੁਣੇ ਤੇ ਇਹ ਤਾਂ ਗੁਰਦੇਵ ਦੀ ਬੜੀ ਵੱਡੀ ਕਮਾਲ ਸੀ ਨਾ। ਮੈਂ ਪਿੱਛੇ ਲਗਾਤਾਰ ਜ਼ਿਕਰ ਕਰਦਾ ਹਾਂ, ਜੇ ਕਿਸੇ ਵੀ ਸਥਾਨ 'ਤੇ ਗਏ ਸਤਿਗੁਰੂ ਦੀ ਵਿਚਾਰ ਵਿੱਚ ਐਡੀ ਵੱਡੀ ਜਾਨ ਹੁੰਦੀ ਸੀ। ਉਹ ਸਾਰਿਆਂ ਨੂੰ ਉਹਨਾਂ ਦੀਆਂ ਕਮੀਆਂ ਕਮਜ਼ੋਰੀਆਂ ਤੋਂ ਜਾਣੂ ਕਰਵਾ ਕੇ ਇੱਕ ਸੱਚ ਦੇ ਮਾਰਗ ਦੇ ਪਾਂਧੀ ਬਣਾ ਦਿੰਦੇ ਸਨ। ਇੱਥੇ ਵੀ ਮੇਰੇ ਮਾਲਕ ਨੇ ਰਹਿਮਤ ਕੀਤੀ, ਸੱਚ ਦਾ ਰਾਹ ਦਿਖਾਇਆ। ਇੱਥੋਂ ਅੱਗੇ ਸਤਿਗੁਰੂ ਜੀ ਮਦੀਨੇ ਦੀ ਧਰਤੀ ਵੱਲ ਚੱਲੇ ਨੇ। ਇਹ ਮੁਸਲਮਾਨ ਅਕੀਦਾ ਰੱਖਦੇ ਨੇ ਵੀ ਜਿਹੜਾ ਹੱਜ ਕਰਨ ਆਇਆ ਹੈ ਉਹਨੂੰ ਮਦੀਨੇ ਦੀ ਧਰਤੀ 'ਤੇ ਜ਼ਰੂਰ ਜਾਣਾ ਚਾਹੀਦਾ ਹੈ। ਮਦੀਨਾ ਜੀ ਸ਼ਬਦ ਵੀ ਆਪਾਂ ਪਿੱਛੇ ਵਿਚਾਰਦੇ ਰਹੇ ਹਾਂ। ਮਦੀਨਾ ਪਾਕ ਸਥਾਨ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਜਦੋਂ ਉਹਨਾਂ ਨੂੰ 610 ਵਿੱਚ ਕੁਰਾਨ ਮਜੀਦ ਨਾਜ਼ਲ ਹੋਈ, ਆਈ ਰੱਬ ਦਾ ਸੱਦਾ, ਪੈਗੰਬਰ ਦੇ ਨਿਰੰਕਾਰ ਦਾ ਪੈਗਾਮ ਆਇਆ, ਤਾਂ ਉਹਨਾਂ ਤੋਂ ਜਾਣੂ ਕਰਵਾਇਆ। ਜਿਹੜੇ ਮੱਕੇ ਦੇ ਲੋਕ ਸਨ ਨਾ, ਇਹ ਨਵੀਂ ਵਿਚਾਰਧਾਰਾ ਸੁਣ ਕੇ ਤੇ ਉਹਨਾਂ ਦੇ ਵਿਰੋਧੀ ਬਣ ਗਏ ਸਨ। ਤੇ ਉਹਨਾਂ ਨੂੰ ਇੱਕ ਵਕਤ ਐਸਾ ਆਇਆ ਵੀ ਮੱਕਾ ਛੱਡਣਾ ਪਿਆ, ਮਦੀਨੇ ਦੀ ਧਰਤੀ 'ਤੇ ਚਲੇ ਗਏ। ਉਹ ਜਦੋਂ ਮੱਕਾ ਛੱਡਿਆ, ਉਹਨਾਂ ਦਿਨਾਂ ਨੂੰ ਹਿਜਰ ਦੇ ਦਿਨ ਕਹਿੰਦੇ ਨੇ। ਹਿਜਰ ਦਾ ਮਤਲਬ ਹੈ ਵਿਛੋੜਾ। ਉਹ ਜਾ ਕੇ ਮਦੀਨੇ ਰਹਿਣ ਲੱਗ ਪਏ। ਮਦੀਨਾ ਮੱਕੇ ਦੀ ਧਰਤੀ ਤੋਂ 480 ਕਿਲੋਮੀਟਰ ਦੀ ਦੂਰੀ 'ਤੇ ਹੈ। ਡਾਕਟਰ ਹਰਜਿੰਦਰ ਸਿੰਘ ਦਿਲਗੀ ਉਸ ਥਾਂ ਦੇ ਉੱਤੇ ਜਾ ਕੇ ਉਹ ਰਹਿਣ ਲੱਗ ਪਏ ਤੇ ਲੰਮੇਰਾ ਸਮਾਂ ਉੱਥੇ ਰਹੇ। ਉੱਥੇ ਲੋਕਾਂ ਨੂੰ ਆਪਣੀ ਵਿਚਾਰਧਾਰਾ ਤੋਂ, ਖੁਦਾ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ। ਫੌਜਾਂ ਲੈ ਕੇ ਮੱਕੇ ਦੀ ਧਰਤੀ 'ਤੇ ਆ ਕੇ ਹਮਲਾ ਕੀਤਾ, ਉੱਥੋਂ ਬੁੱਤ ਕੱਢੇ, ਸਾਰਾ ਕੁਛ ਕੀਤਾ ਤੇ ਸਾਰਾ ਕੁਛ ਕਰਕੇ ਇਹ ਖੁਦਾ ਦੀ ਇਬਾਦਤ ਦਾ ਸਥਾਨ ਬਣਾ ਕੇ ਤੇ ਵਾਪਸ ਮਦੀਨੇ ਚਲੇ ਗਏ ਸਨ 630 ਦੇ ਵਿੱਚ। 2 ਸਾਲ ਹੀ ਹੋਰ ਜ਼ਿੰਦਗੀ ਦੇ ਉਹਨਾਂ ਨੇ ਗੁਜ਼ਾਰੇ। 632 ਦੇ ਵਿੱਚ ਉਹ ਚੜ੍ਹਾਈ ਕਰ ਗਏ। ਹੁਣ ਜੇ ਉੱਥੇ ਉਹਨਾਂ ਦੀ ਜਗ੍ਹਾ ਬਣਾਈ ਹੋਈ ਹੈ ਤੇ ਜਿਹੜੇ ਮੁਸਲਮਾਨ ਹੱਜ ਕਰਨ ਆਉਂਦੇ ਨੇ ਉਹ ਫਿਰ ਮਦੀਨੇ ਜਾਣਾ ਵੀ ਹੱਜ ਨੂੰ ਸੰਪੂਰਨ ਮੰਨਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਹਾਜੀਆਂ ਕਾਜੀਆਂ ਨਾਲ ਤਾਂ ਚਰਚਾ ਕਰ ਲਈ ਸੀ, ਪਰ ਫਿਰ ਵੀ ਬਹੁਤਾਤ ਲੋਕ ਤਾਂ ਨਹੀਂ ਆਏ ਸਨ, ਗਿਣਵੇਂ ਚੁਣਵੇਂ ਲੋਕ ਸਨ ਉੱਥੇ। ਗੁਰਦੇਵ ਸੱਚੇ ਪਾਤਸ਼ਾਹ ਨੇ ਇਹ ਇਲਾਹੀ ਪੈਗਾਮ ਸਾਰੇ ਲੋਕਾਂ ਨੂੰ ਦੇਣ ਵਾਸਤੇ, ਹੋਰਾਂ ਰਹਿੰਦੇ ਮੁਸਲਮਾਨਾਂ ਨੂੰ ਵੀ ਜਿਹੜੇ ਮੱਕੇ ਨਹੀਂ ਗਏ, ਜਿਹੜੇ ਹੱਜ ਕਰਨ ਨਹੀਂ ਗਏ, ਉਹਨਾਂ ਲੋਕਾਂ ਤੱਕ ਵੀ ਪਹੁੰਚਾਉਣ ਵਾਸਤੇ ਸਤਿਗੁਰੂ ਹੁਣ ਹੌਲੀ ਹੌਲੀ ਸਫ਼ਰ ਕਰਦੇ ਮਦੀਨੇ ਗਏ। ਮਦੀਨੇ ਤੱਕ ਭਾਵੇਂ ਕਿਸੇ ਵਿਸ਼ੇਸ਼ ਬੰਦੇ ਨਾਲ ਗੁਰਦੇਵ ਦੀ ਚਰਚਾ ਦਾ ਕੋਈ ਜ਼ਿਕਰ ਨਹੀਂ ਹੈ, ਪਰ ਇਹ ਗੱਲ ਸਪਸ਼ਟ ਹੈ ਸਤਿਗੁਰੂ ਜੀ ਇਹ ਇਲਾਹੀ ਬਚਨਾਂ ਨਾਲ ਸਰਸ਼ਾਰ ਕਰਦੇ ਆ, ਅੰਮ੍ਰਿਤ ਵੰਡਦੇ ਆ, ਮਦੀਨੇ ਦੀ ਧਰਤੀ ਤੱਕ ਗਏ। ਮਦੀਨੇ ਤੋਂ ਸਤਿਗੁਰੂ ਜੀ ਅਗਲੇਰਾ ਪੰਧ ਤੈਅ ਕਰਦੇ ਨੇ। ਹੁਣ ਯਾਦ ਰੱਖਿਓ, ਜੇ ਮਦੀਨੇ ਤੋਂ ਅਗਲੇਰੇ ਪੰਧ ਲਈ ਦਾਤਾਰ ਜੀ ਇੱਕ ਰਾਹ ਦੇ ਵਿੱਚ ਇਰਾਕ ਦੇ ਵਿੱਚ ਇੱਕ ਬੜਾ ਪ੍ਰਸਿੱਧ ਸ਼ਹਿਰ ਹੈ ਬਸਰਾ। ਬਸਰੇ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਜੀ ਕਰਬਲਾ ਪਹੁੰਚੇ ਨੇ। ਹੁਣ ਕਰਬਲਾ ਵੀ ਜਿਹੜਾ ਹੈ ਉਹ ਇੱਕ ਬਹੁਤ ਮਹਾਨ ਅਸਥਾਨ ਹੈ। ਹਜ਼ਰਤ ਮੁਹੰਮਦ ਸਾਹਿਬ ਦਾ ਜਵਾਈ ਬੀਬੀ ਫਾਤਮਾ ਜੀ ਦਾ ਪਤੀ
हज़रत मुहम्मद साहब की बेटी है बीबी फातिमा, उन्हों का पति, ये चौथा खलीफा है। एक पल रोकन लग्या, खलीफे का अर्थ हुंदा है जिन्हों पिछे नियुक्त किया जाता है, बाद में नियुक्त किया जाता है, भाव उत्तराधिकारी। इस्लाम दे विच 4 जिहड़े ने वो मुड़ के खलीफे होए, 4 उत्तराधिकारी होए। उस तो बाद इन्हां खलीफियां दा रौला पै गया, एक लम्मा कम छिड़ गया, वो एक वखरा पक्ष है, कदे आपां फिर फोलांगे। वो जिहड़ा चौथा खलीफा है ना, वो हज़रत मुहम्मद साहब का जवाई है। पहले 2 सहुरे ने, उन्हां दी घरवालियां दे पिता ने। वो जदों चौथा खलीफा हज़रत अली उहदे चढ़ाई कर जाण दे वेले उहदा पुੱਤ इमाम हुसैन, बीबी फातिमा का बेटा, फिर दोबारे ख्याल करो हज़रत मुहम्मद साहब का दोहतरा, ये उस खलीफा बनने दे लई खलीफा नियुक्त किया कुछ लोगों ने, इनू पूर्ण तौर पर करने दे लई ये जा रहे सन। इधरले पासे दमश्क का बादशाह यजीद जी का नाम है इतिहास में, और इहने इस इमाम हुसैन नाल जंग लड़िया। जिहड़ा जंग लड़िया ना, जिहड़ी थां ते जंग लड़िया, उहदा नाम करबला है। इस्लाम की दुनिया च इहनूं बड़े अदब की नज़र नाल देखिया जाता है, याद रखियो जी। करबला के अस्थान उत्ते 10 दिन जंग होया, पर उन्हां 10 दिनों के जंग विचों जिहड़े आखिरी 3 दिन ने ना, उन्होंने शिया मुसलमान ने जिहड़े वो बड़े शिद्दत नाल मनाउंदे ने। वैसे 10 दिनों नूं मनाउंदे ने, बड़े सोगमई ढंग नाल मनाउंदे ने, अपने आप नूं तसीहे दिंदे ने। उन्हां 3 दिनों च इमाम हुसैन नूं पानी की घुट भी नसीब ना होई, पर इहो जे हालातां विच भी अपने मुरशद के बोलों लई, हज़रत मुहम्मद साहब के बोलों लई, उन्हां दे सुनहरी असूलों लई वो डट के यजीद की फौज वालों शहीद कर दिते गए। याद रखियो, एक करबला का स्थान है जिन्हों बहुत प्यारियां नज़रों नाल देखा जाता है। सतगुरु जी इत्थों भी अगे विचरे ने। ये तो अगलेरा कदम है बगदाद। ये गल चेता रखियो, बगदाद भी इस्लाम की दुनिया च एक सत्कारिया होया थां है। कुछ समा जिहड़े खलीफे ने वो हज़रत मुहम्मद साहब के नज़दीकी 4 सन, उन्होंने 4 जार भी कहा जाता है। उस तो बाद ये खिलाफत अगे कई पासियां च वंडी गई तो कुछ समा बगदाद विच भी रही है। इस बगदाद विच रहन करके बगदाद भी एक सन्मानिया शहर है। बगदाद का वैसे विद्वानों ने अर्थ किया है रबी तोहफा, रब वालों मिलिया हुआ तोहफा। डॉक्टर रतन सिंह जग्गी ने पंजाबी साहित्य संदर्भ कोश उहदे विच जिक्र किया है भी जिहड़ा बगदाद है ना, वो नौशहरवा एक राजे का वसाया होया, बड़ा ये प्रसिद्ध राजा सी। ते जिस बाग विच बैठ के ये लोकां दे फैसले करिया करदा सी, उस बाग विच बैठ के फैसले करन दे कारण इहदा नाम बगदाद पै गया। पर आपां अपनी गल वल चलीए। दूजा इहदी खासियत का एक होर वड्डा कारण है, इत्थे किसे वेले एक बहुत बड़ा उगा फकीर होया, पीर होया, उसका नाम अब्दुल कादर सी। ये मन्निया जाता है भई वो किसी मुसीबत वेले हथ दे के रख लेंदा है। एक कथा कहानियां ऐसियां नाल जोड़ दिंदे ने लोकी महानता नूं प्रगटाउण वास्ते। उहदे आखिर विच एक शब्द जुड़िया सी दस्तगीर। याद रखियो, जे दस्तगीर का अर्थ भाई कान सिंह नाभा ने किया मदद करने वाला, हथ दे के रखण वाला, सहायता करने वाला, औखे वेले विच आउण वाला, इतिहासक। हुण लोकां दा विश्वास है भी जिन्नों मैनूं कोई मुसीबत पवे तां ये दस्तगीर है जिहड़ा ये मेरी मदद करेगा, औखी घड़ी मेरे नाल सहाई होएगा। लोग उत्थे बड़े प्यार नाल जांदे ने। सतगुरु गुरु नानक साहब जी भाई मरदाना जी समेत उस बगदाद की धरती ते गए। जाके सतगुरु जी ने बगदाद की धरती के उत्ते
शहर तो बाहर वाले पासे टिकाणा कीता है। ਇਹ ਗੱਲ होर चेते रखो, जिवें एक बेनती करदे हां, मक्के तो चल के बसरे विच दी करबला विच दी हुंदियां हुंदियां सतगुरु जी इत्थे पहुंचे ने। प्रोफैसर साहिब सिंह ने इस समुचे सफ़र नूं 1830 किलोमीटर बयानिया ते करीब 1 साल लग गया सी इत्थे तक आउंदियां। गुरदेव सच्चे पातशाह गुरु नानक साहिब जी नूं तां सिद्धा वांगू सानूं दिलों कहना चाहिए, सिद्ध बोलन शुभ वचन, धन नानक तेरी वड्डी कमाई। बहुत वड्डी कमाई है, कुछ खट्टना नहीं, कुछ कमाउणा नहीं, घर परिवार नूं छड्ड के इवें लत्तां खा के भी लोकां नूं मत्तां देणियां। सतगुरु तेरे असीं बहुत कर्जदार है। मैं अपनी गल लावां, गुरु नानक साहिब सच्चे पातशाह जी ने बाहर एक उस थां ते डेरा कीता जिहड़ी शहर तो बाहर है, ते शहर तो बाहर नाल वो कब्रस्तान है। उत्थे मेरे सतगुर सच्चे पातशाह जी ने अपना ठिकाना बनाया, नाल भाई मरदाना जी ने। हुण ये सवेर दा वक्त है। इस्लाम दी दुनिया दे मुताबक सवेरे नमाज पढ़ी जाती है, उन्होंने फजर की नमाज कहते हैं। लोग आदी हो जाते हैं क्योंकि सारे इस्लामी रंगत विच रंगे हुए शहर ने ये। लोग आदी हो जाते हैं, इक्को तरह के बोल उन्होंने दे कन्नां विच पैंदे ने। पर अज नंबर 1 संगीत विच बगदाद विच संगीत नहीं सी गाया जाता, राग नहीं सी गाया जाता। एक राग विच भाई मरदाना जी की रबाब दे नाल ते जदों गुरु नानक साहिब जी ने जपजी साहिब की पवित्र बाणी की 22वीं पौड़ी जिहड़ी अज है, एक पल फिर बेनती करनी चाहुंदा। ये गल हमेशा चेता रखिए भी जिहड़ी जपजी साहिब है ना, ये गुरु नानक साहिब जी के समुचे जीवन का निचोड़ है। ये सतगुरु जी ने अपनी उम्र के आखिरी पड़ाव दे विच जदों ओह करतारपुर साहिब सन, करीब 1530 के नेड़े, ये जपजी साहिब नूं सतगुरु जी ने संपादित करके ते इहनूं 38 पौड़ियां की एक बाणी बनाया सी। ये इक्को समय की एक बाणी नहीं है। इस तरह दूजा भरम भुलेखा पाया जाता भी जपजी साहिब गाउण वास्ते नहीं है, बड़ा बड़ा भुलेखा पाया जाता है। याद रखो जे जपजी साहिब नूं गाया भी जा सकता है। गुरु नानक साहिब जी हुण तुसीं देखो बगदाद की धरती के उत्ते इस शब्द नूं गाविया सी। समुचे इतिहास विच एक मत है, किसी की कोई दो मत नहीं। हुण जदों गुरदेव सच्चे पातशाह जी ने वो मुबारक शब्द गाविया, अज तक फजर की नमाज के बोल सुनने वाले कन अज एक वखरी जी नमाज सुन के उन्होंने लगे नमाज ही है, वखरी जी नमाज सुन के, वखरी जी बांग सुन के उन्होंने कन खड़े हो गए। हर बंदा हैरान हो गया, चुप छा गई भी की कारण बनिया। भाई गुरदास जी ने उस समय की घटना नूं अपनी मुबारक कलम नाल अंकित किया होया। पहली बार दी ये 35वीं पौड़ी है। उस बड़ा प्यारा जिक्र किया होया, बाबा गया बगदाद नूं, बाहर जाए किया अस्थाना, एक बाबा अकाल रूप, दूजा रबाबी मरदाना। भाई गुरदास जी की कलम किड्डी सन्मानयोग है। उन्होंने भाई मरदाना जी नूं मरासी नहीं लिखिया, याद रखे जे। उन्होंने जात करके नहीं याद किया, उन्होंने गुण करके, जेड़े गुण ने गुरु नानक नाल दोस्ती बना दी, जिस गुण ने उन्होंने दूजा रबाबी मरदाना बना दिता। उस भाई मरदाना जी का जिक्र करते हैं। बाबा गया बगदाद नूं, बाहर जाए किया अस्थाना, एक बाबा अकाल रूप, दूजा रबाबी मरदाना। दित्ती बांग नमाज कर, सुन समान होआ जहाना, सुन मुन नगरी भई, देख पीर पया हैराना। हैरान हो गया पीर भई इहो जिहा किवें वरत सकदा है, एक वक्री किस्म की आवाज़ किवें हो सकती है। वेखै ध्यान लगाए कर, एक फकीर, उन्हें बड़े ध्यान नाल इस गल नूं देखिया ते हैरान होया
ਵੱਡਾ ਮਸਤਾਨਾ, ਇੱਕ ਅਜੀਬ ਕਿਸਮ ਦਾ ਫਕੀਰ, ਮਸਤਾਨੀ ਕਿਸਮ ਦਾ ਫਕੀਰ ਇੱਥੇ ਆਇਆ ਹੋਇਆ। ਪੁੱਛਿਆ ਫਿਰ ਕੇ ਦਸਤਗੀਰ, ਕੌਣ ਫਕੀਰ ਕਿਸਕਾ ਘਰਾਨਾ। ਹੁਣ ਦਸਤਗੀਰ ਜਿਹੜਾ ਉਹ ਫਿਰ ਕੇ ਬਾਕੀ ਲੋਕਾਂ ਕੋਲੋਂ ਵੀ ਜਾਣਕਾਰੀ ਲੈਂਦਾ ਹੈ। ਹੈਰਾਨ ਹੋ ਗਿਆ। ਮੈਂ ਇੱਕ ਵਾਰੀ ਫਿਰ ਦੁਬਾਰੇ ਬੇਨਤੀ ਕਰਨਾ ਹੈ। ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਨਦਾਨਾ। ਦਿੱਤੀ ਵਾਂਗ ਨਮਾਜ਼ ਕਰ, ਸੁਨ ਸਮਾਨ ਹੁਆ ਜਹਾਨਾ। ਸੁਨ ਮੁਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ। ਦੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕੇ ਦਸਤਗੀਰ, ਕੌਣ ਫਕੀਰ ਕਿਸਕਾ ਕਰਹਾਨਾ। ਉਹ ਬਾਰ-ਬਾਰ ਪੁੱਛਦਾ ਵੀ ਇਹ ਕੌਣ ਹੈ ਇਹੋ ਜਿਹਾ ਫਕੀਰ ਜਿਹੜਾ ਅਜੀਬ ਕਿਸਮ ਦੀਆਂ ਨਮਾਜ਼ਾਂ ਪੜ੍ਹਦਾ। ਇਹੋ ਜਿਹਾ ਤਾਂ ਅਸੀਂ ਕਦੇ ਦੇਖਿਆ ਹੀ ਨਹੀਂ। ਨਾਨਕ ਕਲ ਵਿੱਚ ਆਇਆ। ਫਿਰ ਉਹਦੇ ਕੋਲ ਖਲੋਤੇ ਭਾਈ ਮਰਦਾਨਾ ਜੀ ਉਹਨੂੰ ਦੱਸਦੇ ਨੇ, ਕਹਿੰਦੇ ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਕਹਿੰਦੇ ਇਹ ਗੁਰੂ ਨਾਨਕ ਸਾਹਿਬ ਨੇ, ਮਨੁੱਖਤਾ ਦੇ ਲੋਕਾਂ ਦੇ ਉਧਾਰ ਵਾਸਤੇ ਆਏ ਨੇ। ਇਹਨਾਂ ਨੇ ਤਾਂ ਇੱਕੋ ਹੀ ਰੱਬ ਨੂੰ ਪਛਾਣਿਆ। ਉਹੀ ਰੱਬ ਸਾਨੂੰ ਮੱਕੇ 'ਚ ਨਜ਼ਰ ਆਉਂਦਾ, ਉਹੀ ਰੱਬ ਸਾਨੂੰ ਕਾਬੇ 'ਚ ਨਜ਼ਰ ਆਉਂਦਾ, ਉਹੀ ਰੱਬ ਸਾਨੂੰ ਧਾਰਮਿਕ ਸਥਾਨਾਂ 'ਤੇ ਨਜ਼ਰ ਆਉਂਦਾ, ਉਹੀ ਰੱਬ ਸਾਨੂੰ ਮੰਦਿਰਾਂ 'ਚੋਂ ਨਜ਼ਰ ਆਉਂਦਾ, ਉਹੀ ਰੱਬ ਸਾਨੂੰ ਲੋਕਾਂ 'ਚੋਂ ਨਜ਼ਰ ਆਉਂਦਾ। ਇਹਨਾਂ ਨੇ ਤਾਂ ਇੱਕ ਨੂੰ ਇਹ ਪਹਿਚਾਣਿਆ, ਦੂਜੇ ਦੀ ਗੱਲ ਛੱਡ ਦਿੱਤੀ। ਔਰ ਉਹ ਰੱਬ ਕਿਸੇ ਇੱਕ ਥਾਂ 'ਤੇ ਕਹਿ ਦੇਣੀ, ਧਰਤ ਆਕਾਸ਼ ਚਹੂੰ ਦਿਸ ਜਾਨਾ। ਧਰਤੀ ਅਤੇ ਆਕਾਸ਼ ਚਾਰੇ ਪਾਸੇ ਇੱਕ ਦਾ ਹੀ ਪਸਾਰਾ ਦੇਖਿਆ। ਕਹਿਣ ਲੱਗੇ ਇਹ ਤਾਂ ਨਾਨਕ ਕਲ ਵਿੱਚ ਆਇਆ। ਜਦੋਂ ਬਿਰਤੀਆਂ ਭਟਕੀਆਂ ਹੋਣ, ਉਹੋ ਜਿਹੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਸੱਚ ਦਾ ਉਪਦੇਸ਼ ਦੇਣ ਆਏ ਨੇ। ਪੀਰ ਬਹੁਤ ਹੈਰਾਨ ਹੋਇਆ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸ਼ਬਦ ਗਾਵਿਆ ਸੀ, ਉਹ ਆਪਾਂ ਸਾਰਿਆਂ ਨੂੰ ਯਾਦ ਹੈ, ਰੋਜ਼ ਪੜ੍ਹਦੇ ਹਾਂ। ਕਿਤੇ ਉਸ ਸ਼ਬਦ ਦੇ ਨਾਲ ਆਪਣਾ ਮਨ ਜੋੜ ਲਈਏ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜ ਕੋੜ ਕਪਾਲ ਥਕੇ, ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਤੇਬਾ। ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖੈ ਕੋਈ ਬਣਾਸ। ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ। ਸਤਿਗੁਰੂ ਜੀ ਨੇ ਉਹਦੀ ਬੜੀ ਪਿਆਰੀ ਵਿਚਾਰ ਵੀ ਸਮਝਾਈ। ਕਹਿਣ ਲੱਗੇ ਇਸਲਾਮ ਮੰਨਦਾ ਵੀ 7 ਪਾਤਾਲ ਤੇ ਆਕਾਸ਼ ਨੇ। ਕਹਿਣ ਲੱਗੇ ਮੁਬਾਰਕ, ਤੁਸੀਂ 7 ਤੱਕ ਪਹੁੰਚ ਕਰ ਲਈ, ਬਹੁਤ ਚੰਗੇ ਹੋ। ਪਰ ਚੇਤੇ ਰੱਖਿਓ, ਰੱਬ ਨੂੰ ਕਿਸੇ ਵੀ ਗਿਣਤੀ 'ਚ ਬੰਨਣਾ, ਭਾਵੇਂ ਲੱਖਾਂ ਦੀ ਗਿਣਤੀ 'ਚ ਵੀ ਕਿਉਂ ਨਾ ਬੰਨਿਆ ਹੋਵੇ, ਜੇ ਕਿਸੇ ਚੀਜ਼ ਨੂੰ ਕਿਸੇ ਗਿਣਤੀ 'ਚ ਬੰਨ੍ਹ ਦਿੱਤਾ ਤਾਂ ਉਸ ਤੋਂ ਅੱਗੇ ਨਹੀਂ। ਇਹਦਾ ਮਤਲਬ ਇੱਥੇ ਉਦਾਹਰਤ ਹੈ। ਰੱਬ ਨੂੰ ਕਦੇ ਵੀ ਅੰਤ ਵਿੱਚ ਨਹੀਂ ਬੰਨਿਆ ਜਾ ਸਕਦਾ। ਜਿਹੜੀ ਚੀਜ਼ ਅੰਤ ਵਿੱਚ ਬੰਨੀ ਜਾ ਸਕੇ ਉਹਦੇ ਨਾਲ ਬੇਅੰਤ ਸ਼ਬਦ ਨਹੀਂ ਜੁੜ ਸਕਦਾ। ਯਾਦ ਰੱਖਿਓ, ਇੱਕ ਕਿਰਤ ਨਿੱਕੀ ਜਿਹੀ ਕਣਕਾ ਏਡੇ ਵੱਡੇ ਕਾਦਰ ਨੂੰ ਕਿਸੇ ਉਹਦੇ 'ਚ ਸੀਮਾ 'ਚ ਕਿਵੇਂ ਬੰਨ੍ਹ ਸਕਦਾ? ਮਾਣਿਆ ਜਾ ਸਕਦਾ, ਉਹਦੀ ਬੇਅੰਤਤਾਈ ਨੂੰ ਮਾਣਿਆ ਜਾ ਸਕਦਾ, ਪਰ ਸੀਮਾ 'ਚ ਨਹੀਂ ਬੰਨਿਆ ਜਾ ਸਕਦਾ। ਹਜ਼ੂਰ ਨੇ ਕਿਰਪਾ ਕੀਤੀ। ਕਹਿਣ ਲੱਗੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਲੱਖਾਂ ਹੀ ਪਾਤਾਲ ਤੇ ਲੱਖਾਂ ਹੀ ਆਕਾਸ਼ ਨੇ। ਓੜ ਕੋੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਓੜ ਕੋੜਕ ਦਾ ਅਰਥ ਹੁੰਦਾ ਬਹੁਤ ਜ਼ੋਰ ਲਾ ਲਾ ਕੇ, ਅਖੀਰ ਤੱਕ ਖੋਜ ਕੇ। ਭਾਲ ਥੱਕੇ, ਜਿੱਥੋਂ ਤੱਕ ਕਿਸੇ ਦੀ ਉਡਾਰੀ ਲੱਗਦੀ ਸੀ ਉਹ ਲਾਈ ਉਹਨੇ। ਵੇਦ ਕਹਿਣ ਇੱਕ ਬਾਤ, ਵੇਦ ਇੱਕੋ ਹੀ ਗੱਲ ਕਹਿੰਦੇ ਨੇ। ਵੇਦ ਇਹ ਗੱਲ ਕਹਿੰਦੇ ਨੇ ਭਈ ਰੱਬ ਦੀ ਉਸ ਬੇਅੰਤਤਾ ਨੂੰ ਕਿਸੇ ਅੰਤ ਵਿੱਚ ਨਹੀਂ ਬੰਨ੍ਹ ਸਕਦੇ। ਵੇਦ ਕਹਿਣ ਇੱਕ ਬਾਤ, ਸਹਿਸ 18। ਇਸਲਾਮ ਮੰਨਦਾ ਵੀ 18,000 ਆਲਮ ਨੇ। ਸਹਿਸ 18 ਕਹਿਣ ਕਿਤਾਬਾਂ, ਜਿਹੜੀਆਂ ਕਿਤਾਬਾਂ ਨੇ ਈਸਾਈ ਧਰਮ ਦੀਆਂ, ਇਸਲਾਮ ਧਰਮ ਦੀਆਂ, ਤੌਰੇਤ, ਜ਼ਬੂਰ, ਅੰਜੀਰ ਆਦਿ। ਕਹਿੰਦੇ ਇਹ ਵੀ ਸਾਰੀਆਂ ਸਹਿਸ 18 ਕਹਿਣ ਕਿਤਾਬਾਂ ਅਸਲੋਂ ਇੱਕ ਧਾਤ। ਇਹ ਵੀ ਮੰਨਦੀਆਂ ਨੇ ਵੀ ਅਸਲ ਵਿੱਚ ਇੱਕੋ ਹੀ ਧਾਤ ਹੈ, ਭਾਵ ਇੱਕੋ ਹੀ ਰੱਬ ਹੈ। ਲੇਖਾ ਹੋਏ ਤਾਂ ਲਿਖੀ ਹੈ। ਪਿਆਰਿਓ, ਲੇਖਾ ਹੋ ਸਕਦਾ ਹੋਵੇ ਤੇ ਲੇਖਾ ਲਿਖੀਏ ਨਾ। ਜਦੋਂ ਲਿਖਦਿਆਂ ਆਪਾਂ ਫੈਸਲਾ ਕਰ ਲੈਂਦੇ ਹਾਂ
भी आ एडी दूर तक है, इस तो अगे नहीं है। जे मान लो मैं छोटी जी उदाहरण दे रहा भी अपने किसी का कोई जमीन होवे, जमीन का टुकड़ा होवे, वो मिलता है भी इत्थे तक मेरी है, यदा मतलब मेरी जमीन का अंत इत्थे हो गया, इस तो अगे इसका मालिक कोई होर है। कहन लगे बई ओढ़ ओढ़ भाल तक वेद कहन एक बात, सहस 18 कहन किताबां असली कितात लेखा होए तां लिखी है। जे हद बन्ना होवे ना रब दा भी इस तो अगे खत्म है, रब हुण अगे नहीं है, तां ही कह सकते ना लेखा होए तां लिखी है। लेखा कोई विनाश, लेखे का ही विनाश हो जाता है, जिहदा लेखा करना उन्होंने बेअंती लिखना पैंदा है। लेखा होए विनाश, नानक वड्डा आखी है। उन्होंने 7 पताड़ा 7 आकाशां का मालिक नहीं, उन्होंने लखां पताड़ा लखां आकाशां का मालिक नहीं, उन्होंने तो कहना चाहिए है नानक वड्डा आखी है। वो तो बहुत वड्डा है परमेश्वर, आपे जाने आप, वो अपनी बेअंतताई नूं आप ही जानदा है, होर कोई नहीं जानता। जदों पीर ने ये सारी गल पुछ के लोकां तो गुरु नानक साहिब जी दे दर्शन कीते ते हैरान हो गया। उहदे मन विच मक्के वर्गा विहार करन दी भावना तां नहीं आई, पर अपनी गल नूं प्यार नाल कहण दी बजाए थोड़ा तकरार नाल ही पुछदे ने। गल्लां च उहदी भी तलखी है थोड़ी जी। कब्रस्तान च बैठे जदों गुरु नानक साहिब ने बचन गाए तो लोग हैरान हो गए। दस्तगीर पुछ के गुरु नानक साहिब दे कोल आया तो हुण गुरु नानक साहिब नाल गल करदा है, पुछे पीर तकरार कर। देखो प्यार नाल नहीं है, पुछे पीर तकरार कर, ए फकीर वड्डा आताई, इत्थे विच बगदाद दे वड्डी करामात दिखलाई। पातालां पाताल लख, ओढ़क भाली खबर सुनाई। कहन लगे मैं हैरान है, जिहड़ी गल असीं कदे भी नहीं सी सुनी ते एक अजीब जी गल साडे सामने रख दित्ती। फेर दोहराइन दस्तगीर, दस्तगीर इस गल नूं पक्कियां करन वास्ते भी तुसीं देख लो किते तुहाडे कोल भुलेखे च तां नहीं कुछ कहा गया, तुसीं समझदे भी गल इवें होई है, तुसीं अपने बोलां ते बरकरार हो। गुरु नानक साहिब जी नूं पुछदे ने भी तुसीं सानूं दसो। फेर दोहराइन दस्तगीर, आसां भी वेखां जे तोए पाई। कहन लगे जे तुसीं अपने बोलां ते खड़े हो, सच कहंदे हो तो फिर सानूं भी दिखाओ। इहो कुछ पढ़िया सी अज तक भई 7 पाताल ते आकाश ने, तुसीं ओढ़क भाली खबर सुनाई, एक नवीं गल साडे सामने रख दित्ती। सतगुरु कहन लगे बई पीर जी गल तो हो सकती है, पर याद रखो जिड्डी वडेरी उम्र होवे ना उड्डा उहदे कोल मनना औखा हुंदा है। वडेरी उम्र सच नूं समझदी है पर मनदी नहीं। याद रखियो लोकां दे घरां च भी कलेश इसे लिए हुंदा। कई बारी पता हुंदा साडी औलाद ठीक है, पर असीं मन क्यों नहीं रहे, क्योंकि उम्र वडेरी है, वो मनण नहीं दिंदी। बहुत वड्डा एक राह दे विच रुकावट है। साहब कहन लगे कोई इहो जिहा लियाओ जिहनूं चलाकियां ना पता होवे। सतगुरु जी ने कृपा की। वो पीर कहन लग्या, उहदे नाल उहदा बेटा सी। सतगुरु कहन लगे तू अपने बेटे नूं लिया, मैं इहनूं उहो जिहा ज्ञान करवा दिंदा। नाल लीता बेटा पीर दा, अखी मीट गया खवाई। सतगुरु जी ने उहदे ते रहमत की, बख्शिश की। उस पीर दे पुत्तर नूं सारा ज्ञान बख्शिश किया, उन्होंने सारी विचार समझाई ते उन्होंने इस गल का एहसास होया। लख आकाश पाताल लख, अख फुरक विच सब दिखलाई। एक अख दे झमकण जिन्ने समय विच उन्होंने लखां पातालां ते आकाशां की सोझी करवा दी। ये तो इवें सी जिवें भरकच कौल प्रसाद दा तुरों पतालों लई कड़ाही। कहंदे तां रब्बी ज्ञान दा प्रसाद सी, जिहड़ी धुर पताल की कड़ाही चों ये दुनियावी नहीं। ज़ाहर कला ना छपै छपाई, ये तो गुरु नानक साहिब जी की ज़ाहर कला सी। उन्हें जिथे भी किते जित्तिया ना किसी नूं। याद रखो जी, जोगियां ने बार बार पूछा सी भी की करामात है तुहाडे कोल। सतगुरु इक्को ही गल कहंदे सी, गुर संगत बाणी बिना दूजी ओट नहीं है राई।
ਸ਼ਬਦ ਜੀਤੀ ਸਿੱਧ ਮੰਡਲੀ ਕੀਤੋ ਸਪਨਾ ਪੰਥ ਨਿਰਾਲਾ। ਹੁਣ ਵੀ ਤੁਸੀਂ ਦੇਖੋ ਗੁਰਦੇਵ ਸੱਚੇ ਪਾਤਸ਼ਾਹ ਨੇ ਮੱਕੇ ਦੀ ਧਰਤੀ ਦੇ ਉੱਤੇ ਵੀ ਜਾਂ ਜਿੱਥੇ ਵੀ ਗਏ ਸ਼ਬਦਾਂ ਨਾਲ ਜਿੱਤ ਲਿਆ। ਇੱਥੇ ਵੀ ਸਤਿਗੁਰੂ ਨੇ ਇਹੋ ਜਿਹਾ ਸ਼ਬਦਾਂ ਰਾਹੀਂ ਗਿਆਨ ਬਖਸ਼ਿਸ਼ ਕੀਤਾ। ਦਸਤਗੀਰ ਦਾ ਬੇਟਾ ਮੰਨ ਗਿਆ ਭਈ ਉਸ ਕੁਦਰਤ ਨੂੰ, ਉਸ ਕਾਦਰ ਨੂੰ ਕਿਸੇ ਅਸੀਂ ਸੀਮਾ 'ਚ ਨਹੀਂ ਬੰਨ੍ਹ ਸਕਦੇ। ਦਸਤਗੀਰ ਦੇ ਦਿਲ ਨੂੰ ਇਹ ਬੋਲ ਭਾ ਗਏ। ਉਹਨੂੰ ਲੱਗਿਆ ਜਿਸ ਦੀਨ ਦੀ ਮੈਂ ਗੱਲ ਕਰਨਾ, ਜਿਸ ਅੱਲਾ ਦੀ ਮੈਂ ਗੱਲ ਕਰਨਾ, ਇਹ ਤਾਂ ਉਸੇ ਦੀਆਂ ਮਿੱਠੀਆਂ ਪਿਆਰੀਆਂ ਬਾਤਾਂ ਪਾਉਂਦੇ ਨੇ। ਦਸਤਗੀਰ ਨੇ ਹੁਣ ਅਦਬ ਨਾਲ ਪੇਸ਼ ਆਏ, ਕਹਿਣ ਲੱਗੇ ਕਿਰਪਾ ਕਰੋ, ਮੈਂ ਤੁਹਾਡੇ ਮੁਖ ਤੋਂ ਜਿਸ ਅੱਲਾ ਦੀ ਖਾਤਰ ਮੈਂ ਇਬਾਦਤ ਕਰਨਾ ਉਹਦੇ ਹੋਰ ਬੋਲ ਸੁਣਨੇ ਚਾਹੁੰਦਾ, ਤੁਸੀਂ ਕਿਰਪਾ ਕਰੋ ਗ੍ਰਹਿ ਵਿਖੇ ਚਰਨ ਪਾਓ। ਸੋਹਣੇ ਮਹੱਲਾਂ 'ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਲੈ ਕੇ ਆ ਗਏ। ਸਾਡੇ ਸਾਖੀ ਸਾਹਿਤ ਵਿੱਚੋਂ ਇਹ ਟੋਹ ਮਿਲਦੀ ਹੈ, ਇਹ ਸੂਹ ਮਿਲਦੀ ਹੈ। ਉਹ ਦਸਤਗੀਰ ਨੇ ਬਹੁਤਾਤ ਸਵਾਲ ਗੁਰੂ ਨਾਨਕ ਸਾਹਿਬ ਜੀ ਨੂੰ ਕੀਤੇ, ਜਿਨ੍ਹਾਂ ਵਿੱਚੋਂ 3 ਕੁ ਦੀ ਬੜੀ ਵੱਡੀ ਚਰਚਾ ਹੁੰਦੀ ਹੈ ਬਹੁਤ ਵਾਰੀ। ਪਹਿਲਾ ਸਵਾਲ ਸੀ, ਕੀ ਰੱਬ ਹੈ? ਹਜ਼ੂਰ ਹੱਸ ਪਏ, ਕਹਿਣ ਲੱਗੇ ਧਾਰਮਿਕ ਸਥਾਨਾਂ 'ਤੇ ਬੈਠਣ ਵਾਲੇ, ਧਾਰਮਿਕ ਪਹਿਰਾਵੇ ਪਾਉਣ ਵਾਲੇ, ਧਾਰਮਿਕ ਕਰਮ ਕਰਨ ਵਾਲੇ, ਧਾਰਮਿਕ ਗ੍ਰੰਥ ਪੜ੍ਹਨ ਵਾਲੇ, ਅੱਲਾ ਦੀ ਹੋਂਦ ਨੂੰ ਦੂਜਿਆਂ ਦੇ ਦਿਲਾਂ 'ਚ ਪੱਕਾ ਕਰਨ ਵਾਲੇ, ਖੁਦ ਸ਼ੰਕੇ 'ਚ ਨਹੀਂ ਵੀ ਰੱਬ ਹੈ। ਸਾਹਿਬ ਨੇ ਬੜੇ ਮਿੱਠੇ ਜਿਹੇ ਸੁਭਾਅ ਨਾਲ ਜਵਾਬ ਦਿੱਤਾ, ਕਹਿਣ ਲੱਗੇ ਦਸਤਗੀਰ ਜੀ ਰੱਬ ਹੈ। ਕਹਿਣ ਲੱਗੇ ਠੀਕ, ਕਿੱਥੇ ਵਸਦਾ ਹੈ ਤੇ ਕਿਵੇਂ ਮਿਲਦਾ ਹੈ? ਸਾਹਿਬ ਕਹਿੰਦੇ ਇਸ ਗੱਲ ਨੂੰ ਸਮਝਾਉਣ ਵਾਸਤੇ ਮੈਨੂੰ 1 ਕਟੋਰਾ ਦੁੱਧ ਦਾ ਚਾਹੀਦਾ ਹੈ, ਮੈਨੂੰ 1 ਕਟੋਰਾ ਦੁੱਧ ਦਾ ਚਾਹੀਦਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਗੱਲ ਕਹੀ, ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਦੁੱਧ ਦੇ ਕਟੋਰੇ ਦਾ ਇਸਲਾਮ ਨਾਲ ਗਹਿਰਾ ਸੰਬੰਧ ਹੈ। ਕਈ ਥਾਵਾਂ 'ਤੇ ਜ਼ਿਕਰ ਆਉਂਦਾ, ਜਿਵੇਂ ਮੁਲਤਾਨ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਜਾਣਾ, ਉੱਥੋਂ ਵੀ ਪੀਰ ਜਿਹੜੇ ਨੇ ਦੁੱਧ ਦਾ ਕਟੋਰਾ ਲੈ ਕੇ ਆਉਂਦੇ ਨੇ। ਇੱਥੇ ਵੀ ਹੁਣ ਦੁੱਧ ਦੇ ਕਟੋਰੇ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ। ਅਤੇ ਤੀਜੀ ਗੱਲ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਭੀਖਨ ਸ਼ਾਹ ਗੁਰਦੇਵ ਦੇ ਦੀਦਾਰ ਕਰਨ ਜਾਂਦਾ, ਉਹ ਵੀ ਇੱਕ ਪਾਣੀ ਦੀ ਕੁੱਜੀ ਅਤੇ ਇੱਕ ਦੁੱਧ ਦਾ ਕੁੱਜਾ ਲੈ ਕੇ ਜਾਂਦਾ। ਇਹ ਤੇ ਯਾਦ ਕਰੋ, ਵਿਚਾਰ ਕਰੇ ਫਿਰ ਸਹੀ। ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਂ ਉਹ ਇਹ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਬਾਟਾ, ਇੱਕ ਕੌਲਾ ਦੁੱਧ ਦਾ ਮੰਗਵਾਇਆ। ਸਾਹਿਬ ਦੁੱਧ ਦਾ ਕੌਲਾ ਸਾਹਮਣੇ ਅੱਖਾਂ ਦੇ ਕਰਕੇ ਪਿਆਰ ਨਾਲ ਕਹਿਣ ਲੱਗੇ, ਵੀ ਦਸਤਗੀਰ ਜੀ ਮੈਂ ਸੁਣਿਆ ਵੀ ਦੁੱਧ ਵਿੱਚ ਮੱਖਣ ਹੁੰਦਾ ਹੈ, ਕਿਉਂ ਹੁੰਦਾ ਹੈ? ਦਸਤਗੀਰ ਬੜਾ ਹੈਰਾਨ ਹੋਇਆ ਵੀ ਪਹਿਲਾਂ ਲੱਖਾਂ ਪਤਾਲ ਆਕਾਸ਼ਾਂ ਦੀਆਂ ਗੱਲਾਂ ਕਰਨ ਵਾਲੇ, ਐਡੀਆਂ ਅਗੰਮੀਆਂ ਗੱਲਾਂ ਕਰਨ ਵਾਲੇ, ਤੇ ਇਹ ਬਚਕਾਨੇ ਜਿਹੇ ਸਵਾਲ ਨੇ। ਫਿਰ ਵੀ ਉਹਨੇ ਸੋਚਿਆ, ਉਹਨੇ ਆਖਿਆ ਹਾਂ ਸਤਿਗੁਰੂ ਜੀ ਬਈ ਇਸ ਦੁੱਧ ਵਿੱਚ ਮੱਖਣ ਹੁੰਦਾ ਹੈ। ਹਜ਼ੂਰ ਨੇ ਆਪਣੀ ਉਂਗਲੀਆਂ ਫੇਰੀਆਂ, ਕਹਿਣ ਲੱਗੇ ਦਸਤਗੀਰ ਜੀ ਹੈ ਨਹੀਂ। ਸੁਣਿਆ ਮੈਂ ਵੀ ਹੈ, ਤੁਸੀਂ ਵੀ ਸੁਣਿਆ ਹੋਏਗਾ ਵੀ ਹੈ ਨਹੀਂ ਮੱਖਣ। ਉਹ ਪੀਰ ਕਹਿਣ ਲੱਗਾ ਵੀ ਨਹੀਂ ਸਤਿਗੁਰੂ ਜੀ ਐਵੇਂ ਨਹੀਂ ਮਿਲਦਾ, ਵੀ ਇਸ ਦੁੱਧ ਨੂੰ ਉਬਾਲ ਕੇ ਜਾਗ ਲਾਉਣਾ ਪੈਂਦਾ, ਉਡੀਕ ਕਰਨੀ ਪੈਂਦੀ, ਦੁੱਧ ਟਿਕ ਜਾਏ, ਜੰਮ ਜਾਏ, ਫਿਰ ਇਹਨੂੰ ਰਿੜਕਣਾ ਪੈਂਦਾ। ਰਿੜਕਣ ਤੋਂ ਬਾਅਦ ਵਿੱਚ ਫਿਰ ਇਹਦੇ ਨਾਲ ਮੱਖਣ ਦੀ ਪ੍ਰਾਪਤੀ ਹੋ ਜਾਂਦੀ ਹੈ। 2 ਚੀਜ਼ਾਂ ਬਣ ਜਾਂਦੀਆਂ ਨੇ, ਲੱਸੀ ਵੱਖਰੀ ਬਣ ਜਾਂਦੀ ਹੈ, ਮੱਖਣ ਵੱਖਰਾ ਬਣ ਜਾਂਦਾ। ਦਹੀਂ ਵਿੱਚੋਂ 2 ਚੀਜ਼ਾਂ ਮਿਲਦੀਆਂ ਨੇ। ਸਤਿਗੁਰੂ ਕਹਿਣ ਲੱਗੇ ਬਸ ਆਹੀ ਕਹਾਣੀ ਹੈ। ਜਿਵੇਂ ਦੁੱਧ ਵਿੱਚ ਮੱਖਣ ਤਾਂ ਹੈ ਪਰ ਬਾਹਰੀ ਅੱਖਾਂ ਨਾਲ ਦਿਸਦਾ ਨਹੀਂ, ਇਸੇ ਤਰ੍ਹਾਂ ਸਮੁੱਚੀ ਕਾਇਨਾਤ ਵਿੱਚ, ਸਮੁੱਚੀ ਖਲਕਤ ਵਿੱਚ ਉਹ ਖਾਲਕ ਵਸਦਾ ਹੈ, ਉਹ ਕਾਦਰ ਵਸਦਾ ਹੈ। ਸਮੁੱਚੀ ਕੁਦਰਤ ਵਿੱਚ ਉਹ ਕਾਦਰ ਵਸਦਾ ਹੈ। ਆਪਣੇ ਮੁਰਸ਼ਿਦ ਦੇ ਬੋਲਾਂ ਨੂੰ
ਕਮਾਉਣਾ ਪੈਂਦਾ ਹੈ, ਸ਼ੁਭ ਅਮਲਾਂ ਨੂੰ ਕਮਾਉਣਾ ਪੈਂਦਾ ਹੈ। ਫਿਰ ਇਹ ਜਿਵੇਂ ਤੁਸੀਂ ਦੱਸਿਆ ਨਾ ਵੀ ਦੁੱਧ 'ਚੋਂ ਮੱਖਣ ਮਿਲ ਜਾਂਦਾ, ਇਸ ਕੁਦਰਤ ਵਿੱਚੋਂ ਕਾਦਰ ਲੱਭ ਜਾਂਦਾ, ਇਸ ਕੁਦਰਤ ਵਿੱਚੋਂ ਕਾਦਰ ਲੱਭ ਜਾਂਦਾ। ਜਿਵੇਂ ਦੁੱਧ ਨੂੰ ਉਬਾਲਣਾ ਪੈਂਦਾ, ਫਿਰ ਇਹਨੂੰ ਜਾਗ ਲਾਈਦਾ, ਫਿਰ ਸਬਰ ਕਰੀਦਾ ਵੀ ਜੰਮ ਜਾਏ, ਫਿਰ ਇਹਨੂੰ ਰਿੜਕੀਦਾ, ਫਿਰ ਦੋ ਪੱਖ ਵੱਖਰੇ ਵੱਖਰੇ ਹੋ ਜਾਂਦੇ ਨੇ। ਸਾਹਿਬ ਕਹਿੰਦੀ ਇਸੇ ਤਰ੍ਹਾਂ ਸ਼ੁਭ ਅਮਲਾਂ ਦਾ ਦੁੱਧ ਕਮਾਓ ਭਲਿਆ, ਉਹ ਦੁੱਧ ਕਮਾ, ਫਿਰ ਇਹਨੂੰ ਮੁਰਸ਼ਦ ਦੇ ਬੋਲਾਂ ਦਾ ਜਾਗ ਲਾ, ਫਿਰ ਦੁਬਾਰੇ ਸਬਰ ਕਰ, ਉਹਨਾਂ ਸ਼ੁਭ ਅਮਲਾਂ ਨੂੰ ਕਮਾ ਕੇ ਸਬਰ ਕਰ, ਕੱਲ੍ਹ ਹੀ ਨਾ ਪ੍ਰਾਪਤੀ ਦੀ ਆਸ ਰੱਖ। ਫਿਰ ਇਹਦਾ ਸਬਰ ਕਰ ਤੇ ਉਹਦੇ ਮੁਰਸ਼ਦ ਦੇ, ਆਪਣੇ ਮੁਰਸ਼ਦ ਦੇ ਬੋਲਾਂ ਨੂੰ ਵਿਚਾਰ, ਇਹ ਰਿੜਕਣਾ ਹੈ, ਇਹ ਦੁੱਧ ਨੂੰ ਰਿੜਕਣ ਦੇ ਬਰਾਬਰ ਹੈ। ਉਹਨਾਂ ਦੀ ਵਿਚਾਰ ਕਰ, ਰਿੜਕ ਪਰਖ। ਜਦੋਂ ਤੂੰ ਵਿਚਾਰ ਕਰੇਂਗਾ ਫਿਰ ਤੇਰੇ ਸਾਹਮਣੇ ਦੋ ਪੱਖ ਸਪਸ਼ਟ ਹੋ ਜਾਣਗੇ, ਤੇਰੇ ਸਾਹਮਣੇ ਦੋ ਪੱਖ ਆ ਜਾਣਗੇ। ਇੱਕ ਲੱਸੀ ਭਾਵ ਕੁਦਰਤ, ਦੂਜਾ ਮੱਖਣ ਭਾਵ ਕਾਦਰਾ। ਸਰੀਰ ਵੀ ਇੱਕ ਕੁਦਰਤ ਦਾ ਅੰਗ ਹੈ, ਇਹਦੇ ਵਿੱਚ ਪਾਈ ਹੋਈ ਜੋਤ ਉਹ ਕਾਦਰ ਦਾ ਅੰਗ ਹੈ। ਇਹ ਦੋ ਚੀਜ਼ਾਂ ਮਨੁੱਖ ਨੂੰ ਪਤਾ ਲੱਗ ਜਾਣਗੀਆਂ, ਉਹਨੂੰ ਸਾਰੀ ਗੱਲ ਦੀ ਸਮਝ ਲੱਗ ਜਾਏਗੀ ਇਸ ਗੱਲ ਦੀ। ਹੁਣ ਉਹ ਤੀਜਾ ਸਵਾਲ ਕਰਦਾ ਬੜਾ ਪ੍ਰਭਾਵਿਤ ਹੋ ਕੇ, ਬਹੁਤ ਪ੍ਰਭਾਵਿਤ ਹੋ ਕੇ। ਉਹ ਤੀਜਾ ਸਵਾਲ ਇਹ ਕਰਦਾ, ਕਹਿਣ ਲੱਗਿਆ ਬਈ ਮੈਨੂੰ ਇਹ ਦੱਸੋ ਵੀ ਜੇ ਇਵੇਂ ਰੱਬ ਸਾਰਿਆਂ 'ਚ ਵਸਦਾ ਹੈ, ਉਹਦਾ ਆਕਾਰ ਵੀ ਕੋਈ ਨਹੀਂ, ਤੇ ਫਿਰ ਉਹ ਕਰਦਾ ਕੀ ਹੈ? ਰੱਬ ਦਾ ਕੰਮ ਕੀ, ਕਾਰਜ ਖੇਤਰ ਕੀ ਹੈ? ਹੁਣ ਇਹ ਕੁਦਰਤੀ ਗੱਲ ਸੀ ਵੀ ਜਿਹੜਾ ਕਿਸੇ ਵੀ ਧਰਮ ਦਾ ਕੋਈ ਵੱਡਾ ਹੋਵੇ ਤੇ ਉੱਚੀ ਥਾਂ ਤੇ ਬੈਠਿਆ ਕਰਦਾ। ਜਿਵੇਂ ਆਪਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੜਾ ਉੱਚਾ ਮੁਕਾਮ ਦਿੰਦੇ। ਉਸੇ ਬਗਦਾਦ ਦੇ ਵਿੱਚ ਉਸ ਦਸਤਗੀਰ ਦਾ ਰੁਤਬਾ ਬੜਾ ਉੱਚਾ ਸੀ। ਅਬਦੁਲ ਕਾਦਰੀ ਤੋਂ ਬਾਅਦ ਉਹਦੀ ਗੱਦੀ ਤੇ ਬੈਠਣ ਵਾਲਿਆਂ ਨੂੰ ਸਾਰਿਆਂ ਨੂੰ ਦਸਤਗੀਰ ਕਿਹਾ ਜਾਂਦਾ ਸੀ, ਤੇ ਉਹਦਾ ਰੁਤਬਾ ਬੜਾ ਉੱਚਾ ਸੀ। ਉਹ ਉੱਚੀ ਥਾਂ ਤੇ ਬੈਠਾ ਹੈ। ਉਦੋਂ ਥੋੜ੍ਹਾ ਜਿਹਾ ਛੋਟੇ ਥਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਹੋਏ ਸਨ। ਪਰ ਗੁਰੂ ਨਾਨਕ ਸਾਹਿਬ ਨੇ ਬਚਨ ਆਖੇ, ਕਹਿਣ ਲੱਗੇ ਪੀਰ ਜੀ ਤੁਸੀਂ ਆਮ ਸੁਣਿਆ ਹੋਏਗਾ ਵੀ ਜਦੋਂ ਕਿਸੇ ਕੋਲੋਂ ਗਿਆਨ ਲਈਦਾ ਤੇ ਫਿਰ ਇਹ ਨਹੀਂ ਵੀ ਉਹ ਤੁਸੀਂ ਉੱਚੀ ਥਾਂ ਤੇ ਬੈਠੋ ਤੇ ਗਿਆਨ ਦੇਣ ਵਾਲਾ ਨੀਵੀਂ ਥਾਂ ਤੇ ਬੈਠੇ। ਹੁਣ ਉਹ ਤਾਂ ਪੀਰ ਤਾਂ ਜਿਹੜਾ ਉਹ ਦਸਤਗੀਰ ਸੀ, ਜਿਹੜਾ ਉਹ ਪ੍ਰਭਾਵਿਤ ਹੋ ਚੁੱਕਾ ਹੋਇਆ ਸੀ ਗੁਰੂ ਨਾਨਕ ਸਾਹਿਬ ਦੇ ਲੰਮੇਰੇ ਸਮੇਂ ਦੇ ਬੋਲਾਂ ਤੋਂ। ਉਹਨੇ ਆਖਿਆ ਹਾਂ ਮੇਰੀ ਗਲਤੀ ਹੈ, ਗੁਸਤਾਖੀ ਹੈ, ਤੁਸੀਂ ਇਵੇਂ ਕਰੋ, ਤੁਸੀਂ ਇਸ ਸਥਾਨ ਤੇ ਆਵੋ, ਮੈਂ ਤੁਹਾਡੇ ਵਾਲੇ ਸਥਾਨ ਤੇ ਬੈਠਦਾ। ਹੁਣ ਪੀਰ ਥੋੜ੍ਹੀ ਜਿਹੀ ਨੀਵੀਂ ਥਾਂ ਤੇ, ਗੁਰੂ ਨਾਨਕ ਸਾਹਿਬ ਜੀ ਉੱਚੀ ਥਾਂ ਤੇ ਬੈਠ ਕੇ ਕਹਿਣ ਲੱਗੇ ਪੀਰ ਜੀ ਜਵਾਬ ਮਿਲ ਗਿਆ? ਕਹਿਣ ਲੱਗੇ ਨਹੀਂ। ਕਹਿਣ ਲੱਗੇ ਬਸ ਕਾਦਰ ਹੀ ਇਨਸਾਫ ਕਰਦਾ। ਸ਼ੁਭ ਅਮਲਾਂ ਨੂੰ ਕਮਾਉਣ ਵਾਲਾ ਉਹਨਾਂ ਦੇ ਰੁਤਬੇ ਉੱਚੇ ਕਰ ਦਿੰਦਾ। ਸ਼ੁਭ ਅਮਲਾਂ ਵੀ ਹੋਣਾ ਜੀਵਨ ਗੁਜ਼ਾਰਨ ਵਾਲਾ ਉਹ ਨੀਵੀਆਂ ਥਾਂ ਤੇ ਜਾ ਕੇ ਰੁਲ ਜਾਂਦਾ। ਰੱਬ ਇਵੇਂ ਦੇ ਇਨਸਾਫ ਕਰਦਾ। ਜਿਹੜਾ ਵੀ ਬੰਦਾ ਆਪਣੇ ਮੁਰਸ਼ਦ ਦੇ ਚਰਨਾਂ 'ਚ ਡਿੱਗ ਕੇ ਆਪਣੇ ਦਿੱਤੇ ਹੋਏ ਮੁਰਸ਼ਦ ਦੇ ਬੋਲਾਂ ਨੂੰ ਕਮਾ ਲੈਂਦਾ, ਉਹ ਇੱਕ ਦਿਨ ਬਹੁਤ ਉੱਚੇ ਰੁਤਬੇ ਤੇ ਪਹੁੰਚ ਜਾਂਦਾ। ਪੀਰ ਬਹੁਤ ਖੁਸ਼ ਹੋਇਆ। ਉਹਨੇ ਬੜਾ ਸਤਿਕਾਰ ਵੀ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਔਰ ਉਹਦਾ ਇੱਕ ਅਜੀਬ ਜਿਹਾ ਸਵਾਲ ਸੀ, ਪਰ ਰੱਬੀ ਇਬਾਦਤ ਕਰਦਿਆਂ ਰਾਗ ਨਹੀਂ ਗਾਉਣਾ ਚਾਹੀਦਾ, ਰਾਗ ਤੇ ਹਰਾਮ ਹੈ। ਗੁਰੂ ਨਾਨਕ ਸਾਹਿਬ ਨੇ ਫਿਰ ਇੱਥੇ ਵੀ ਗੱਲ ਦੱਸੀ, ਕਹਿਣ ਲੱਗੇ ਨਹੀਂ ਤੁਹਾਨੂੰ ਭੁਲੇਖਾ, ਰਾਗ ਤਾਂ ਇੱਕ ਬਰਤਨ ਹੈ। ਤੁਸੀਂ ਮੈਨੂੰ ਦੱਸੋ ਵੀ ਬਰਤਨ ਕਦੇ ਕਿਸੇ ਦਾ ਕੋਈ ਨੁਕਸਾਨ ਕਰ ਸਕਦਾ? ਬਰਤਨ ਵਿੱਚ ਪਾਈ ਹੋਈ ਦਾਤ ਹੀ ਅਸਲ ਵਿੱਚ ਚੰਗੀ ਮਾੜੀ ਹੁੰਦੀ ਹੈ। ਜੇ ਭਾਂਡਾ ਸੋਨੇ ਦਾ ਹੋਵੇ ਪਰ ਵਿੱਚ ਜ਼ਹਿਰ ਪਾਈ ਹੋਈ ਹੈ, ਕੀ ਉਹ ਕਿਸੇ ਨੂੰ ਜ਼ਿੰਦਗੀ ਦੇ ਸਕਦੀ ਹੈ? ਬਾਟਾ ਭਾਵੇਂ ਬਰਤਨ ਭਾਵੇਂ ਮਿੱਟੀ ਦਾ ਹੋਵੇ ਪਰ ਵਿੱਚ ਪਾਇਆ ਹੋਇਆ ਅੰਮ੍ਰਿਤ, ਹੁਣ ਤੁਸੀਂ ਦੱਸੋ ਵੀ ਉਹ ਕਿਸੇ ਦੀ ਜ਼ਿੰਦਗੀ ਲੈ ਸਕਦਾ? ਉਹ ਜ਼ਿੰਦਗੀ ਦੇਵੇਗਾ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ,
ਕਹਿਣ ਲੱਗੇ ਰਾਗ ਤਾਂ ਇੱਕ ਬਰਤਨ ਹੈ, ਇਹਦੇ ਵਿੱਚ ਜੇ ਕਿਸੇ ਨੇ ਮਾੜੀ ਵਿਚਾਰਧਾਰਾ ਦੇ ਗੀਤ ਪਾ ਦਿੱਤੇ ਉਹ ਜੀਵਨ ਦੇ ਉਜਾੜੇ ਦਾ ਕਾਰਨ ਬਣ ਸਕਦਾ ਹੈ। ਜੇ ਇਸੇ ਰਾਗ ਵਿੱਚ ਕਿਸੇ ਨੇ ਰੱਬੀ ਪਿਆਰ ਭਰ ਕੇ ਪਰੋਸ ਦਿੱਤਾ, ਇਹੋ ਰਾਗ ਜੀਵਨ ਦੇਣ ਵਾਲਾ ਬਣ ਸਕਦਾ ਹੈ। ਰਾਗ ਮਾੜਾ ਨਹੀਂ, ਰਾਗ ਵਿੱਚ ਮਨੁੱਖੀ ਸੋਚ ਦੀ ਪਾਈ ਹੋਈ ਵਸਤੂ ਚੰਗੀ ਜਾਂ ਮਾੜੀ ਹੈ। ਰਾਗ ਨਾਲ ਲੋਕ ਆਪਣੇ ਜੀਵਨ ਨੂੰ ਉਜਾੜ ਵੀ ਰਹੇ ਨੇ, ਰਾਗ ਨਾਲ ਰੱਬੀ ਇਬਾਦਤ ਕਰਕੇ ਰੱਬ ਨਾਲ ਸੱਚੀਆਂ ਮੁਹੱਬਤਾਂ ਪੱਕੀਆਂ ਵੀ ਕਰ ਰਹੇ ਨੇ। ਪੀਰ ਬਹੁਤ ਖੁਸ਼ ਹੋਇਆ। ਗੁਰੂ ਨਾਨਕ ਸਾਹਿਬ ਬਗਦਾਦ ਦੇ ਵਾਸੀਆਂ ਨੂੰ ਸੱਚ ਦਾ ਸਬਕ ਸਿਖਾਉਣਾ ਚਾਹੁੰਦੇ ਸਨ। ਇੱਕ ਬੇਨਤੀ ਹੋਰ ਕਰਾਂ, ਡਾਕਟਰ ਬਲਬੀਰ ਸਿੰਘ ਨੇ ਕਿਤਾਬ ਲਿਖੀ ਲੰਮੀ ਨਜ਼ਰ। ਉਹ ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਹੋਰਾਂ ਦੇ ਭਰਾ ਸਨ ਡਾਕਟਰ ਬਲਬੀਰ ਸਿੰਘ। ਉਹਨਾਂ ਨੇ ਇੱਕ ਬੜੀ ਪਿਆਰੀ ਗਾਥਾ ਲਿਖੀ ਹੈ ਭਾਈ ਮਰਦਾਨਾ ਜੀ ਦੇ ਬਾਰੇ 'ਚ। ਇਹ ਵੀ ਰਾਗ ਦੇ ਬਾਰੇ ਵਿੱਚ ਹੀ ਸਾਡੇ ਸੰਸਿਆਂ ਨੂੰ ਨਿਬੇੜਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਇਸੇ ਵਿਚਾਰ ਚਰਚਾ ਦੇ ਨਹੀਂ ਉਹਨਾਂ ਨੇ ਇੱਕ ਗਾਥਾ ਦਾ ਜ਼ਿਕਰ ਕੀਤਾ ਵੀ ਕਿਸੇ ਵੇਲੇ ਇੱਥੇ ਇੱਕ ਫਾਰਾਬੀ ਨਾਂ ਦਾ ਸੰਗੀਤਕਾਰ ਆਇਆ ਸੀ ਤੇ ਉਹਦਾ ਬਾਹਰੀ ਰਹਿਣ ਸਹਿਣ ਬੜਾ ਮਸਤਾਨਾ ਜਿਹਾ ਸੀ। ਕੁਦਰਤੀ ਜਿਹੜੇ ਬਹੁਤ ਇਲਮ ਦੇ ਵਿੱਚ ਗੂੜ੍ਹੇ ਹੁੰਦੇ ਨੇ, ਰੱਬ ਦੇ ਨੇੜੇ ਹੁੰਦੇ ਨੇ, ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ। ਮੇਰੇ ਕਿਹੋ ਜਿਹੇ ਕੱਪੜੇ ਨੇ, ਮੇਰਾ ਕਿਹੋ ਜਿਹਾ ਪਹਿਰਾਵਾ ਹੈ, ਉਹ ਰੱਬੀ ਪਿਆਰ ਵਿੱਚ ਚੁੰਦੇ ਨੇ। ਇਵੇਂ ਹੀ ਉਹ ਫਾਰਾਬੀ ਜਿਹੜਾ ਸੀ ਉਹ ਮਸਤਾਨੀ ਅਵਸਥਾ ਦਾ ਸੀ। ਉਹ ਜਦੋਂ ਦਰਬਾਰ 'ਚ ਗਿਆ ਤੇ ਸਾਰੇ ਲੋਕ ਉਹਨੂੰ ਦੇਖ ਕੇ ਬਹੁਤ ਖਿੜਖਿੜਾ ਗਏ ਸੀ। ਫਿਰ ਉਹਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਫਿਰ ਉਹਨੇ ਸਾਜ਼ ਵਜਾਇਆ, ਇਹੋ ਜਿਹਾ ਰਾਗ ਵਜਾਇਆ, ਹਾਸਿਆਂ ਵਾਲੇ ਚਿਹਰੇ 'ਤੇ ਅੱਥਰੂ ਗਿਰ ਰਹੇ ਸਨ, ਰੋਣ ਲੱਗ ਪਏ। ਇਹੋ ਜਿਹਾ ਰਾਗ ਦਾ ਅਸਰ ਹੋਇਆ। ਸਮਾਂ ਪਾ ਕੇ ਕੁਝ ਸਮੇਂ ਬਾਅਦ ਇਹੋ ਜਿਹਾ ਰਾਗ ਸ਼ੁਰੂ ਕੀਤਾ, ਉਦਾਸੀ ਛਾ ਗਈ, ਸਾਰੇ ਮਦਹੋਸ਼ ਹੋ ਗਏ। ਫਰਾਬੀ ਉੱਥੇ ਲਿਖ ਕੇ ਰੱਖ ਕੇ ਚਲਾ ਗਿਆ ਵੀ ਫਰਾਬੀ ਆਇਆ ਸੀ, ਲੋਕਾਂ ਨੂੰ ਹਸਾ ਕੇ, ਰਵਾ ਕੇ ਤੇ ਸੁਆ ਕੇ ਚਲਾ ਗਿਆ। ਡਾਕਟਰ ਬਲਬੀਰ ਸਿੰਘ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ। ਕਹਿਣ ਲੱਗੇ ਭਾਈ ਮਰਦਾਨਾ ਨਾ ਤਾਂ ਲੋਕਾਂ ਨੂੰ ਹਸਾਉਣ ਆਇਆ, ਨਾ ਲੋਕਾਂ ਨੂੰ ਰਵਾਉਣ ਆਇਆ, ਨਾ ਲੋਕਾਂ ਨੂੰ ਸੁਆਉਣ ਆਇਆ, ਉਹ ਇਹ ਤਾਂ ਸੱਚੀਆਂ ਬਾਂਗਾਂ ਦੇ ਕੇ ਜਗਾਉਣ ਆਇਆ। ਭਲਿਓ, ਇਹ ਤਾਂ ਜਗਾਉਣ ਆਇਆ, ਇਹ ਤਾਂ ਗੁਰੂ ਚਰਨਾਂ ਵਿੱਚ ਜੋੜਨ, ਰੱਬ ਨਾਲ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਇਆ। ਇਹ ਰਾਗ ਉਹ ਨਹੀਂ ਜਿਹੜਾ ਖੁਦਾ ਤੋਂ ਦੂਰ ਕਰਦਾ, ਇਹ ਰਾਗ ਉਹ ਹੈ ਜਿਹੜਾ ਖੁਦਾ ਨਾਲ ਦਿਲ ਦੀਆਂ ਮੁਹੱਬਤਾਂ ਨੂੰ ਪੱਕੀਆਂ ਕਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਸ ਬਗਦਾਦ ਦੀ ਧਰਤੀ 'ਤੇ ਸੱਚ ਦਾ ਹੋਕਾ ਲਾ ਕੇ ਅਗਲੇਰੇ ਪੰਥ ਦੀ ਤਿਆਰੀ ਕਰਦੇ ਨੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਚੁੱਕਾਂ ਦੀ ਖਿਮਾ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।